ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਸ਼ਾਹ ਹਰਖਿਓ ਮਨ ਮਾਹੂ, ਸਾੜ ਸਤੀ ਬਲ ਹੋਏ ਬਿਨਾਹੂ। ਧੰਨ ਗੁਰੂ ਜੀ ਤੁਮ ਸਭ ਲਾਇਕ, ਸ਼ਰਨਾਗਤ ਕੇ ਕਸ਼ਟ ਨਸਾਇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ, ਜੋ ਵੀਕਐਂਡ ਦੇ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰੂ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦਾ ਇਤਿਹਾਸ ਹਰ ਰੋਜ਼ ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਸਰਵਣ ਕਰਦੇ ਹੋ। ਗੁਰੂ ਘਰ ਦੇ ਦੋਖੀ ਦੁਸ਼ਟ ਪਾਪੀ ਬੰਦੇ ਮੁੱਢ ਤੋਂ ਹੀ ਗੁਰੂ ਘਰ ਦਾ ਵਿਰੋਧ ਕਰਦੇ ਰਹੇ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਸ਼ਟ ਪਹੁੰਚਾਉਣ ਦਾ ਯਤਨ ਕਰਦੇ ਰਹੇ। ਦੁਸ਼ਟ ਚੰਦੂ ਨੇ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ, 5ਵੇਂ ਪਾਤਸ਼ਾਹ ਨੂੰ। ਹੁਣ 6ਵੇਂ ਪਾਤਸ਼ਾਹ ਨੂੰ ਵੀ ਮਾਰਨਾ ਚਾਹੁੰਦਾ ਹੈ। ਜਹਾਂਗੀਰ ਬਾਦਸ਼ਾਹ ਦੇ ਜੋਤਸ਼ੀ ਨੂੰ ਪੈਸੇ ਦਾ ਲਾਲਚ ਦੇ ਕੇ ਬਾਦਸ਼ਾਹ ਦੇ ਕੰਨ ਵਿੱਚ ਇਹ ਗੱਲ ਪਵਾਈ ਹੈ। ਨਜੂਮੀ ਨੇ ਕਿਹਾ ਹੈ, ਆਪਾਂ ਪੰਜਾਬੀ ਜਾਂ ਹਿੰਦੀ ਵੇਲੇ ਜੋਤਸ਼ੀ ਕਹਿ ਦਿੰਦੇ ਹਾਂ, ਉਰਦੂ ਭਾਸ਼ਾ ਵਿੱਚ ਫਾਰਸੀ ਵਿੱਚ ਜਿਹੜੇ ਮੁਸਲਮਾਨ ਰਮਲ ਵਿੱਦਿਆ ਕਰਦੇ ਨੇ ਉਹਨੂੰ ਨਜੂਮੀ ਕਹਿੰਦੇ। ਉਹ ਨਜੂਮੀ ਨੇ ਜਾ ਕੇ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਤੇਰੇ 'ਤੇ ਸਾੜ ਸਤੀ ਆ ਗਈ ਹੈ, ਜਿਹਦੇ ਕਰਕੇ ਸਾੜ ਸਤੀ 7.5 ਸਾਲ ਤੇਰੇ 'ਤੇ ਚੱਲੇਗੀ। ਇਹ ਸ਼ਨੀ ਦੀ ਗ੍ਰਹਿ ਦਸ਼ਾ ਤੇਰੀ ਜਾਨ ਵੀ ਲੈ ਸਕਦੀ ਹੈ। ਇਸ ਤੋਂ ਬਚਣ ਦਾ ਇੱਕ ਹੀਲਾ ਹੈ, ਕੋਈ ਹਰਗੋਬਿੰਦ ਨਾਮ ਦੇ ਮਹਾਂਪੁਰਸ਼ ਸੋਢੀ ਕੁਲ ਵਿੱਚੋਂ ਹੋਣ, ਤੇਰੇ ਵਾਸਤੇ ਗਵਾਲੀਅਰ ਦੇ ਕਿਲ੍ਹੇ 'ਚ ਬਹਿ ਕੇ ਤਪ ਕਰਨ, ਤੇਰੀ ਜਾਨ ਬਚ ਸਕਦੀ ਹੈ। ਬਾਦਸ਼ਾਹ ਸੁਣ ਕੇ ਬੜਾ ਚਿੰਤਿਤ ਹੋਇਆ, ਕਹਿਣ ਲੱਗਾ ਇਹੋ ਜਿਹੇ ਕਿੱਥੋਂ ਮਿਲਣਗੇ? ਨਾ ਵੀ ਹਰਗੋਬਿੰਦ ਹੋਵੇ, ਸੋਢੀ ਕੁਲ ਹੋਵੇ। ਕੋਲ ਚੰਦੂ ਦੇ ਬੰਦੇ ਬੈਠੇ ਸਨ, ਕਹਿਣ ਲੱਗੇ ਜੀ ਇਹ ਤਾਂ ਤੁਹਾਡੇ ਕੋਲ ਹੀ ਨੇ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੂੰ ਇਹ ਸੇਵਾ ਬਖਸ਼ੋ, ਉਹ ਤੁਹਾਡੇ ਵਾਸਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਜਪ ਕਰਨਗੇ, ਤੁਹਾਡੀ ਜਾਨ ਬਚ ਜਾਏਗੀ। ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ, ਆ ਕੇ ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਸਾੜ ਸਤੀ ਆਈ ਹੈ, ਮੇਰੇ ਵਾਸਤੇ ਗਵਾਲੀਅਰ ਦੇ ਕਿਲ੍ਹੇ 'ਚ 40 ਦਿਨ ਮਾਲਾ ਫੇਰੋ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਸਾੜ ਸਤੀ ਤੇਰੇ 'ਤੇ ਨਹੀਂ ਆਈ, ਸਾੜ ਸਤੀ ਕਿਸੇ ਹੋਰ 'ਤੇ ਹੀ ਆਈ ਹੈ, ਤੇ ਜਿਹਦੇ 'ਤੇ ਆਈ ਹੈ ਟਲਣੀ ਕੋਈ ਨਹੀਂ। ਹੁਣ ਮਹਾਰਾਜ ਕਹਿੰਦੇ ਜਿਹਦੇ 'ਤੇ ਆਈ ਇਸ਼ਾਰਾ ਸੀ ਵੀ ਚੰਦੂ ਦੀ ਆ ਗਈ ਹੈ, ਤੇ ਹੁਣ ਚੰਦੂ ਜਿੰਨਾ ਮਰਜ਼ੀ ਭੱਜ ਲਏ ਬਚ ਨਹੀਂ ਸਕੇਗਾ। ਅਸੀਂ ਤੇਰੇ ਵਾਸਤੇ ਗਵਾਲੀਅਰ ਦੇ ਕਿਲ੍ਹੇ ਚਲੇ ਜਾਵਾਂਗੇ, ਪਰ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਜਦੋਂ ਇਹ ਬਚਨ ਮਹਾਰਾਜ ਨੇ ਕਹੇ ਵੀ ਅਸੀਂ ਚਲੇ ਜਾਵਾਂਗੇ, ਬਾਦਸ਼ਾਹ ਪ੍ਰਸੰਨ ਹੋਇਆ, ਗੁਰੂ ਸਾਹਿਬ ਦਾ ਧੰਨਵਾਦ ਕਰਦਾ। ਅੱਜ ਆਪਾਂ ਸਰਵਣ ਕਰੀਏ ਕਿਵੇਂ ਮਹਾਰਾਜ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚ ਪ੍ਰਵੇਸ਼ ਕਰਦੇ ਹੈ। ਉੱਥੇ ਜਾ ਕੇ ਕਈ ਸਾਲਾਂ ਤੋਂ ਨਰਕ ਭੋਗ ਰਹੇ 52 ਰਾਜਿਆਂ ਨੂੰ ਦਰਸ਼ਨ ਦਿੰਦੇ ਹੈ, ਉਹਨਾਂ ਦਾ ਭਲਾ ਕਰਦੇ ਸਤਿਗੁਰੂ। ਉਹ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਤ ਸ਼ਾਹ ਹਰਖਿਓ ਮਨ ਮਾਹੂ, ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ। ਸਾੜ ਸਤੀ ਬਲ ਹੋਏ ਬਿਨਾਹੂ, ਕਹਿੰਦਾ ਸਾੜ ਸਤੀ ਦਾ ਜਿਹੜਾ ਮੇਰੇ 'ਤੇ ਕਸ਼ਟ ਆ ਰਿਹਾ ਕਿਸੇ ਤਰ੍ਹਾਂ ਦੂਰ ਹੋ ਜਾਵੇ। ਗੁਰੂ ਜੀ ਧੰਨ ਗੁਰੂ ਜੀ ਤੁਮ ਸਭ ਲਾਇਕ, ਗੁਰੂ ਜੀ ਤੁਸੀਂ ਧੰਨ ਹੋ, ਹਰ ਕੁਝ ਕਰਨ ਦੇ ਸਮਰੱਥ ਹੋ, ਸਾਰਾ ਕੁਝ ਤੁਸੀਂ ਕਰ ਸਕਦੇ ਹੋ। ਸਰਬ ਕਲਾ ਦੇ ਮਾਲਕ ਹੋ ਸੱਚੇ ਪਾਤਸ਼ਾਹ ਜੀ ਆਪ। ਸ਼ਰਨਾਗਤ ਕੇ ਕਸ਼ਟ ਨਸਾਇਕ, ਸ਼ਰਨ ਆਇਆਂ ਦੇ ਕਸ਼ਟ ਦੂਰ ਕਰਨ ਵਾਲੇ ਹੋ। ਜੋ ਸ਼ਰਨ ਆਵੈ ਤਿਸ ਕੰਠ ਲਾਵੈ,
ਇਹ ਬਿਰਧ ਸੁਆਮੀ ਸੰਦਾ, ਆਪ ਜੀ ਦਾ ਬਿਰਧ ਹੈ, ਸ਼ਰਨ ਆਇਆਂ ਦੀ ਲਾਜ ਰੱਖਦੇ ਹੋ। ਖਾਤਰ ਜਮਾ ਹਿਰਦੈ ਅਬ ਹੋਈ। ਇਹ ਸੱਚੇ ਪਾਤਸ਼ਾਹ, ਹੁਣ ਮੇਰੀ ਤਸੱਲੀ ਹੋ ਗਈ ਹੈ, ਮੈਨੂੰ ਭਰੋਸਾ ਹੋ ਗਿਆ ਹੈ। ਖਾਤਰ ਜਮਾ ਦਾ ਮਤਲਬ ਹੁੰਦਾ ਤਸੱਲੀ ਹੋ ਜਾਣੀ, ਭਰੋਸਾ ਹੋ ਜਾਣਾ, ਵਿਸ਼ਵਾਸ ਹੋ ਜਾਣਾ ਵੀ ਹੁਣ ਮੇਰਾ ਵਾਲ ਵਿੰਗਾ ਨਹੀਂ ਹੋ ਸਕਦਾ। ਤੁਸੀਂ ਮੇਰੇ ਵਾਸਤੇ ਗਵਾਲੀਅਰ ਦੇ ਕਿਲੇ 'ਚ ਜਾ ਕੇ ਜਪ ਤਪ ਕਰੋਗੇ, ਮੇਰੀ ਜਾਨ ਬਚ ਜਾਵੇਗੀ। ਸੰਕਟ ਮੋਹਿ ਛੁਵੈ ਨਹਿ ਕੋਈ। ਤੁਹਾਡੀ ਕਿਰਪਾ ਕਰਕੇ ਮੈਨੂੰ ਕੋਈ ਸੰਕਟ ਛੂ ਨਹੀਂ ਸਕੇਗਾ। ਕਿਰਪਾ ਧਾਰ ਹੋਏ ਹਰਖ ਸਮੇਤਾ। ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਜੋ ਮਹਾਂ ਕਰ ਦਿੱਤੀ ਹੈ ਖੁਸ਼ੀ ਖੁਸ਼ੀ। ਜਾਪ ਕਰਨ ਗਮਨਹੁ ਮਮ ਹੇਤਾ। ਹੁਣ ਮਿਹਰਬਾਨੀ ਕਰਕੇ ਛੇਤੀ ਨਾਲ ਗਵਾਲੀਅਰ ਦੇ ਕਿਲੇ 'ਚ ਜਾਓ ਤੇ ਮੇਰੇ ਵਾਸਤੇ ਜਾਪ ਵਰਨੀ ਕਰੋ। ਤੁਮ ਤੇ ਆਛੋ ਕੋ ਹੋਏ ਪਿਆਰੋ। ਮਹਾਰਾਜ ਤੁਹਾਡੇ ਤੋਂ ਮੇਰਾ ਹੋਰ ਕੌਣ ਵੱਡਾ ਮਿੱਤਰ ਹੋ ਸਕਦਾ ਹੈ, ਪਿਆਰਾ ਹੋ ਸਕਦਾ ਹੈ, ਜੋ ਤੁਸੀਂ ਮੇਰੀ ਜਾਨ ਬਚਾਓਗੇ। ਜਿਨ ਕੇ ਦੇ ਪ੍ਰਾਨ ਤਨ ਧਾਰੋ। ਤੁਹਾਡੇ ਦਿੱਤੇ ਪ੍ਰਾਣ, ਤੁਹਾਡੀ ਦਿੱਤੀ ਜ਼ਿੰਦਗੀ ਮੈਂ ਹੰਡਾਵਾਂਗਾ। ਪਰਵਾਨਾ ਤਬ ਸ਼ਾਹੋ ਲਿਖਾਇਓ। ਉਸ ਵੇਲੇ ਬਾਦਸ਼ਾਹ ਨੇ ਪਰਵਾਨਾ ਲਿਖ ਦਿੱਤਾ ਗਵਾਲੀਅਰ ਦੇ ਦਰੋਗੇ ਹਰੀਦਾਸ ਦੇ ਨਾਮ ਤੇ। ਦੁਰਗਪਤੀ ਕੇ ਪਾਸ ਪਠਾਇਓ। ਜਿਹੜਾ ਗਵਾਲੀਅਰ ਦੇ ਕਿਲੇ ਦਾ ਦਰੋਗਾ ਹੈ, ਦੁਰਗ ਕਹਿੰਦੇ ਨੇ ਕਿਲੇ ਨੂੰ, ਦਰੋਗਾ ਕਹਿੰਦੇ ਨੇ ਕਿਲੇ ਦੇ ਵਿੱਚ ਜਿਹੜਾ ਇੰਚਾਰਜ ਹੁੰਦਾ। ਅੱਜ ਕੱਲ੍ਹ ਦਰੋਗਾ ਥਾਣੇ ਨੂੰ ਦਾਰ ਨੂੰ ਵੀ ਹਰਿਆਣੇ 'ਚ, ਪੰਜਾਬ 'ਚ, ਇੰਡੀਆ 'ਚ ਕਹਿੰਦੇ ਨੇ। ਉਹਦਾ ਮਤਲਬ ਪਹਿਲਾਂ ਦਰੋਗਾ ਸ਼ਬਦ ਚੱਲਿਆ, ਦੁਰਗ ਜਿਹੜਾ ਕਿਲੇ ਦਾ ਮਾਲਕ ਹੁੰਦਾ ਸੀ, ਕਿਲੇ ਦੀ ਜਿੰਨੀ ਅੰਦਰ ਦੀ ਦੇਖ ਰੇਖ ਹੈ, ਜਿੰਨਾ ਪ੍ਰਬੰਧ ਹੈ, ਉਹ ਸਾਰਾ ਜਿਹੜਾ ਕਰੇ ਉਹਨੂੰ ਕਹਿੰਦੇ ਸੀ ਦਰੋਗਾ। ਦੁਰਗ ਨਾਮ ਕਿਲੇ ਦਾ ਹੈ। ਸੋ ਕਿਲੇ ਦਾ ਜਿਹੜਾ ਦਰੋਗਾ ਹੈ ਹਰੀਦਾਸ, ਉਹਦੇ ਨਾਮ ਬਾਦਸ਼ਾਹ ਨੇ ਪਰਵਾਨਾ ਭੇਜ ਦਿੱਤਾ ਹੈ। ਸ੍ਰੀ ਹਰਿ ਗੋਬਿੰਦ ਇਹਠਾਂ ਆਵੈ। ਬਾਦਸ਼ਾਹ ਨੇ ਲਿਖ ਕੇ ਭੇਜਿਆ ਕਿ ਹੇ ਹਰੀਦਾਸ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇਰੇ ਕੋਲ ਆ ਰਹੇ ਨੇ ਗਵਾਲੀਅਰ। ਕਰ ਚਾਲੀਸਾ ਮੋਹਿ ਬਚਾਵੈ। ਮੇਰੀ ਸਿਹਤਯਾਬੀ ਵਾਸਤੇ, ਮੇਰੇ ਭਲੇ ਵਾਸਤੇ 40 ਦਿਨ ਜਪ ਤਪ ਕਰਨਗੇ। ਆਛੇ ਥਲ ਡੇਰਾ ਕਰਵਾਵੋ। ਗੁਰੂ ਹਰਗੋਬਿੰਦ ਸਾਹਿਬ ਦਾ ਡੇਰਾ ਚੰਗੀ ਥਾਂ ਤੇ ਕਰਵਾਉਣਾ ਹੈ। ਜੋ ਕਿਛ ਚਾਹੈ ਸੋ ਪਾਸ ਬਿਠਾਵਹੁ। ਜੋ ਚਾਹੀਦਾ ਮੈਂ ਭੇਜ ਦਿਆਂਗਾ, ਤੂੰ ਦੱਸ, ਕਿਸੇ ਚੀਜ਼ ਦੀ ਕਮੀ ਨਹੀਂ ਆਣੀ ਚਾਹੀਦੀ। ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਹਰ ਤਰ੍ਹਾਂ ਦਾ ਬੰਦੋਬਸਤ ਉਹਨਾਂ ਦੇ ਰਹਿਣ ਸਹਿਣ ਦਾ, ਖਾਣ ਪੀਣ ਦਾ, ਸੈਰ ਕਰਨ ਦਾ, ਉਹਨਾਂ ਦਾ ਸਾਰਾ ਵਧੀਆ ਕਿਲੇ ਦੇ ਅੰਦਰ ਹੋਣਾ ਚਾਹੀਦਾ ਹੈ। ਦੇਤੇ ਰਹੀਏ ਅਧਿਕ ਆਨੰਦ। ਔਰ ਗੁਰੂ ਸਾਹਿਬ ਨੂੰ ਖੁਸ਼ ਰੱਖਣਾ ਹੈ, ਆਨੰਦ ਦੇਣਾ ਹੈ, ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਦੇਣੀ। ਮਨ ਹੋ ਕਹਿਓ ਸਕਲ ਕਰ ਬੰਦ। ਔਰ ਉਹਨਾਂ ਦਾ ਹਰ ਹੁਕਮ ਸਿਰ ਮੱਥੇ ਤੇ ਹੱਥ ਜੋੜ ਕੇ ਮੰਨਣਾ ਹੈ। ਨਿਕਟ ਹਮੇਸ਼ ਜਾਹੋ ਇੱਕ ਬਾਰੀ। ਦਿਨ ਵਿੱਚ ਇੱਕ ਵਾਰੀ ਜ਼ਰੂਰ ਗੁਰੂ ਜੀ ਨੂੰ ਮਿਲਣ ਜਾਣਾ ਹੈ, ਗੁਰੂ ਜੀ ਨੂੰ ਪੁੱਛਣਾ ਹੈ, ਸਾਰੇ ਦਿਨ ਉਹਨਾਂ ਦੇ ਕੰਮਕਾਰ ਦਾ, ਸਾਰੀ ਚੀਜ਼ਾਂ ਦਾ ਖਿਆਲ ਰੱਖਣਾ ਹੈ। ਬੂਝਤ ਰਹੋ ਲੇਹੋ ਸੁਧ ਸਾਰੀ। ਹਰ ਚੀਜ਼ ਦੀ ਖਬਰਸਾਰ ਲੈਂਦੇ ਰਹਿਣਾ ਹੈ। ਇਮ ਕਹਿ ਸ਼ਾਹੋ ਬੰਦਨਾ ਕਰੀ। ਏਦਾਂ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗਵਾਲੀਅਰ ਕਿਲੇ ਭੇਜਣ ਦਾ ਹੁਕਮ ਲਿਖ ਦਿੱਤਾ। ਗ੍ਰਹਿ ਕਉ ਗਮਨ ਸੋ ਇੱਛਾ ਧਰੀ। ਬਾਦਸ਼ਾਹ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਮਜਨੂ ਦੇ ਆਪਣੇ ਆਗਰੇ ਦੇ ਵਿੱਚ ਜਿਹੜਾ ਉਹਦਾ ਮਹਿਲ ਸੀਗਾ, ਉੱਥੇ ਚਲਾ ਗਿਆ ਹੈ। ਸਤਿਗੁਰ ਕਹਿਓ ਰਹਿ ਸਭ ਡੇਰਾ। ਮਹਾਰਾਜ ਕਹਿਣ ਲੱਗੇ ਸਾਡਾ ਡੇਰਾ, ਸਾਡੀ ਫੌਜ ਇੱਥੇ ਰਵੇਗੀ। ਹਮ ਗਮਨੈ ਤਿਤ ਹੋਤ ਸਬੇਰਾ। ਤੇ ਅਸੀਂ ਇਕੱਲੇ 5 ਸਿੱਖਾਂ ਨੂੰ ਲੈ ਕੇ ਕੱਲ੍ਹ ਸਵੇਰੇ ਹੀ ਗਵਾਲੀਅਰ ਨੂੰ ਚਲੇ ਜਾਵਾਂਗੇ। ਕਰਹਿ ਨਿਵਾਰਨ ਬਾਧਾ ਤੋਰੀ। ਇਹ ਬਾਦਸ਼ਾਹ ਜਿਹੜਾ ਤੇਰੇ ਤੇ ਆਇਆ ਕਸ਼ਟ ਹੈ ਉਹ ਦੂਰ ਕਰ ਦਿਆਂਗੇ। ਬਹੁਰ ਵਿਨਾਸ਼ ਹੈ ਕੋਟਿਲ ਜੇਥ ਖੋਰੀ। ਜਿਹੜੇ ਦੁਸ਼ਟ ਦੋਖੀ ਹਨ ਉਹਨਾਂ ਦਾ ਨਾਸ ਕਰ ਦਿਆਂਗੇ। ਸੁਣਤ ਸ਼ਾਹੋ ਕਹਿ ਮੈਂ ਅਨੁਸਾਰੇ। ਬਾਦਸ਼ਾਹ ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡੀ ਆਗਿਆ ਵਿੱਚ, ਮੈਂ ਤੁਹਾਡੀ ਤਾਬੇਦਾਰੀ ਕਰਾਂਗਾ। ਕਰੋ ਪ੍ਰਥਮ ਮੋਹ ਪਰ ਉਪਕਾਰੇ। ਬਸ ਮੇਰੇ ਤੇ ਤੁਸੀਂ ਇਹ ਉਪਕਾਰ ਕਰ ਦਿਓ, ਮੇਰੇ ਵਾਸਤੇ 40 ਦਿਨ ਮਾਲਾ ਫੇਰ ਦਿਓ ਗਵਾਲੀਅਰ ਦੇ ਕਿਲੇ ਵਿੱਚ ਬਹਿ ਕੇ।
ਗਇਓ ਸ਼ਾਹੋ ਉਠ ਆਪਣੇ ਧਾਮੂ। ਬਾਦਸ਼ਾਹ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਪਣੇ ਮਹਿਲਾਂ ਵਿੱਚ ਆਪਣੇ ਘਰ ਚਲਾ ਗਿਆ। ਸ੍ਰੀ ਹਰਿ ਗੋਬਿੰਦ ਤਨ ਅਬਿਰਾਮੂ। ਇਧਰ ਮਹਾਬਲੀ ਯੋਧੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਜਾਣ ਦੀਆਂ ਤਿਆਰੀਆਂ ਦਾ ਹੁਕਮ ਦੇ ਦਿੱਤਾ। ਤਿਆਰੀ ਕਰਤ ਭਏ ਨਿਜ ਸਾਰੀ। ਰਾਤ ਨੂੰ ਹੀ ਮਹਾਰਾਜ ਸਾਹਿਬ ਜੀ ਨੇ ਸਾਰੀ ਤਿਆਰੀ ਕਰ ਲਈ ਵੀ ਸਵੇਰੇ ਗਵਾਲੀਅਰ ਨੂੰ ਜਾਣਾ। ਗੁਰੂ ਸਾਹਿਬ ਦੇ ਜਿਹੜੇ ਨਿਕਟਵਰਤੀ ਸਿੱਖ ਸਨ ਉਹ ਸਾਰੇ ਤਿਆਰੀ ਵਿੱਚ ਲੱਗ ਗਏ ਹਨ। ਸਭਨ ਸੁਨਾਵਤ ਗਿਰਾ ਉਚਾਰੀ। ਮਹਾਰਾਜ ਨੇ ਸਾਰੀ ਸੰਗਤ ਨੂੰ, ਸਾਰੀ ਫੌਜ ਨੂੰ, ਸਾਰੇ ਸਿੱਖਾਂ ਨੂੰ ਕਿਹਾ ਹੈ। ਪੰਜ ਸਿੱਖ ਗਮਨਹਿ ਹਮ ਸੰਗ। ਮਹਾਰਾਜ ਕਹਿਣ ਲੱਗੇ ਵੀ ਸਾਧ ਸੰਗਤ ਜੀ ਸਾਰੀ ਫੌਜ ਸੁਣ ਲਓ, ਸਾਡੇ ਨਾਲ ਸਿਰਫ 5 ਸਿੱਖ ਹੀ ਜਾਣਗੇ। ਰਹਿ ਚੰਮੂ ਸੁਧ ਲੇਹੋ ਤੁਰੰਗ। ਬਾਕੀ ਫੌਜ ਇੱਥੇ ਰਹਿਣੀ, ਘੋੜਿਆਂ ਦੀ ਰਾਖੀ ਰੱਖਣੀ, ਘੋੜਿਆਂ ਦਾ ਖਾਣ ਪੀਣ ਦਾ, ਸੇਵਾ ਦਾ ਬੰਦੋਬਸਤ ਰੱਖਣਾ ਹੈ, ਦਾਣੇ ਪੱਠੇ ਦਾ, ਘਾਹ ਪੱਠੇ ਦਾ, ਅਤੇ ਫੌਜ ਨੂੰ ਤਿਆਰ ਬਰ ਤਿਆਰ ਰੱਖਣਾ ਹੈ। ਹਾਂਜੀ, ਹੋਵਤ ਰਹਿ ਦੇਗ ਇਸ ਰੀਤ। ਲੰਗਰ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ। ਗੁਰੂ ਕੀ ਦੇਗ ਵਰਤਦੀ ਰਹੇਗੀ, ਫੌਜਾਂ ਛਕਦੀਆਂ ਰਹਿਣਗੀਆਂ। ਸਭ ਕੀ ਸੁਧ ਸਭ ਬਿਦ ਲਿਹੋ ਨੀਤ। ਸਾਰਿਆਂ ਦੀ ਖਬਰਸਾਰ ਲੈਂਦੇ ਰਹਿਣਾ ਹੈ। ਹਰ ਤਰ੍ਹਾਂ ਦੇ ਨਾਲ ਜਿੰਨੀ ਸੰਗਤ, ਜਿੰਨੀ ਫੌਜ, ਗੁਰੂ ਘਰ ਦੀ ਮਰਜ਼ਾਦਾ ਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰਬਾਣੀ ਪੜ੍ਹਨੀ, ਕੀਰਤਨ ਆਸਾ ਦੀ ਵਾਰ ਦਾ ਸੁਣਨਾ, ਘੋੜਿਆਂ ਨੂੰ ਘਾਹ ਪੱਠਾ ਪਾਉਣਾ, ਘੋੜਿਆਂ ਦਾ ਖਰਖਣਾ, ਮਾਲਿਸ਼, ਸੇਵਾ ਕਰਨੀ, ਸ਼ਿਕਾਰ ਖੇਡਣਾ, ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ, ਸ਼ਾਮ ਨੂੰ ਰਹਿਰਾਸ ਦਾ ਪਾਠ, ਆਰਤੀ, ਕੀਰਤਨ ਸੁਣ ਕੇ ਆਰਾਮ ਕਰਨਾ, ਇਹ ਸਾਰੀ ਮਰਜ਼ਾਦਾ ਕਾਇਮ ਰੱਖਣੀ ਹੈ। ਹਾਂਜੀ, ਕਹਿਓ ਮਸੰਦਨ ਕੋ ਸਮਝਾਏ। ਗੁਰੂ ਘਰ ਦੇ ਮੁਖੀਏ ਮਸੰਦਾਂ ਨੂੰ ਮਹਾਰਾਜ ਨੇ ਸਮਝਾ ਦਿੱਤਾ ਹੈ। ਹਮ ਆਵਹਿ ਦਿਨ ਕਿਤਕ ਬਿਤਾਏ। ਸਤਿਗੁਰੂ ਕਹਿੰਦੇ ਭਾਈ ਅਸੀਂ ਕੁਝ ਸਮਾਂ ਗਵਾਲੀਅਰ ਰਹਿ ਕੇ ਫਿਰ ਤੁਹਾਡੇ ਵਿੱਚ ਹੀ ਆ ਜਾਵਾਂਗੇ ਤੇ ਸੰਗਤਾਂ ਨੂੰ ਦਰਸ਼ਨ ਦਿਆਂਗੇ। ਸਭਨ ਸੰਭਾਰ ਕਰੋ ਹੁਸ਼ਿਆਰ। ਮਸੰਦਾਂ ਨੂੰ ਕਹਿਤਾ ਵੀ ਤੁਸੀਂ ਹਰ ਚੀਜ਼ ਦੀ ਸੰਭਾਲ ਕਰਦੇ ਰਹਿਣਾ ਹੈ। ਰਹੋ ਸੁਚੇਤ ਨਿਵੇਸ਼ ਮਝਾਰ। ਔਰ ਆਪਣੇ ਘਰ ਵਿੱਚ ਜਿੱਥੇ ਗੁਰੂ ਘਰ ਦੇ ਸਥਾਨ ਨੇ, ਗੁਰੂ ਘਰ ਦੇ ਲੰਗਰ ਨੇ, ਗੁਰੂ ਘਰ ਦੀਆਂ ਬੌਲੀਆਂ, ਸਰੋਵਰ, ਗੁਰੂ ਘਰ ਦੇ ਕੇਂਦਰ ਨੇ, ਉੱਥੇ ਵੀ ਪ੍ਰਚਾਰ ਸਿੱਖੀ ਦਾ ਜਾਰੀ ਰਵੇ। ਗੁਰਦੁਆਰਿਆਂ ਦੀ, ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ, ਸ੍ਰੀ ਅਕਾਲ ਤਖਤ ਸਾਹਿਬ ਦੀ, ਹੋਰ ਜਿਹੜੇ ਗੁਰਦੁਆਰੇ ਬਣੇ ਹੋਏ ਨੇ ਗੁਰੂ ਸਾਹਿਬਾਂ ਦੇ, ਉਹਨਾਂ ਦੀ ਸੇਵਾ ਸੰਭਾਲ ਯਥਾ ਸ਼ਕਤੀ ਸਾਰਿਆਂ ਨੇ ਕਰਦੇ ਰਹਿਣਾ ਹੈ। ਪ੍ਰਚਾਰ ਦਾ ਕੰਮ ਢਿੱਲਾ ਨਹੀਂ ਪੈਣ ਦੇਣਾ। ਗੁਰੂ ਘਰ ਦਾ ਪ੍ਰਚਾਰ ਸੇਵਾ ਸਿਮਰਨ ਨਾਲ ਹੀ ਹੁੰਦਾ। ਸਾਧ ਸੰਗਤ ਜੀ, ਲੈਕਚਰਾਂ ਨਾਲ ਨਹੀਂ ਹੁੰਦਾ। ਕਈ ਸਮਝਦੇ ਆ ਵੀ ਸਟੇਜਾਂ 'ਤੇ ਬੋਲੀ ਜਾਵੇ ਇਹਦੇ ਨਾਲ ਪ੍ਰਚਾਰ ਹੁੰਦਾ। ਇਹ ਪ੍ਰਚਾਰ ਦਾ ਇੱਕ ਅੰਗ ਹੈ ਕਥਾ ਕੀਰਤਨ, ਪਰ ਇਹਦੇ ਵਿੱਚ ਵੀ ਪਰਮੇਸ਼ਰ ਦੀ ਸਿਫਤ ਸ਼ਲਾਘਾ। ਕਥਾ ਕੀਰਤਨ ਦਾ ਮਤਲਬ ਇਹ ਨਹੀਂ ਵੀ ਕਿਸੇ 'ਤੇ ਤਵਾ ਹੀ ਲਾਈ ਜਾਓ, ਕਿਸੇ ਦੀ ਨਿੰਦਾ ਕਰੀ ਜੋ। ਨਾ, ਕਥਾ ਕੀਰਤਨ ਦਾ ਮਤਲਬ ਵੀ ਅਕਾਲ ਪੁਰਖ ਦੀ, ਗੁਰੂ ਦੀ, ਆਪਣੇ ਮਹਾਂਪੁਰਸ਼ਾਂ, ਸ਼ਹੀਦਾਂ, ਸੰਤਾਂ, ਭਗਤਾਂ ਦੀ ਵਡਿਆਈ ਦੱਸਣੀ, ਅਕਾਲ ਪੁਰਖ ਦੀ ਉਸਤਤ ਕਰਨੀ ਔਰ ਸਭ ਦੇ ਮਨ ਨੂੰ ਸ਼ਾਂਤੀ ਦੇਣ ਵਾਲਾ ਬਚਨ ਕਰਨਾ। ਇਹ ਕਥਾ ਦੀ ਮਰਜ਼ਾਦਾ ਹੈ, ਕੀਰਤਨ ਦੀ ਮਰਜ਼ਾਦਾ। ਇਸ ਤੋਂ ਇਲਾਵਾ ਪ੍ਰਚਾਰ ਦੇ ਹੋਰ ਜਿੰਨੇ ਤਰੀਕੇ ਹੈ, ਸੇਵਾ ਕਰਨੀ, ਭਾਂਡੇ ਮਾਂਜਣੇ, ਲੰਗਰ ਪਕਾਉਣਾ, ਵਰਤਾਉਣਾ, ਬਿਮਾਰਾਂ ਰੋਗੀਆਂ ਦੀ ਦਵਾ ਬੂਟੀ ਕਰਨੀ, ਇਲਾਜ ਕਰਨਾ, ਗਰੀਬ ਦੀ ਮਦਦ ਕਰਨੀ, ਸਿੱਖੀ ਦਾ ਪ੍ਰਚਾਰ ਤਾਂ ਹੁੰਦਾ। ਜੇ ਇਕੱਲੇ ਕਹੀਏ ਵੀ ਅਸੀਂ ਲੈਕਚਰ ਹੀ ਦੇਈ ਜਾਈਏ ਸਟੇਜ 'ਤੇ ਬੈਠੇ ਅਤੇ ਉਹਦੇ ਉੱਤੇ ਪ੍ਰੈਕਟੀਕਲ ਕੁਛ ਵੀ ਨਾ ਹੋਵੇ, ਫਿਰ ਕੋਈ ਪ੍ਰਚਾਰ ਨਹੀਂ ਹੁੰਦਾ। ਸੋ ਮਹਾਰਾਜ ਕਹਿੰਦੇ ਭਾਈ ਗੁਰੂ ਕੇ ਲੰਗਰ ਚਲਾਣੇ ਨੇ, ਗੁਰਦੁਆਰਿਆਂ 'ਚ ਕਥਾ ਕੀਰਤਨ ਦੀ ਮਰਿਆਦਾ ਕਾਇਮ ਰੱਖਣੀ ਹੈ। ਅਸੀਂ ਥੋੜ੍ਹੇ ਸਮੇਂ 'ਚ ਹੀ ਗਵਾਲੀਅਰ ਤੋਂ ਵਾਪਸ ਆ ਜਾਵਾਂਗੇ। ਹਾਂਜੀ, ਖਾਨ ਪਾਨ ਕਰ ਨਿਸਾ ਬਿਤਾਈ। ਸੋ ਰਾਤ ਨੂੰ ਲੰਗਰ ਪ੍ਰਸ਼ਾਦਾ ਛਕ ਕੇ ਸਾਰਿਆਂ ਨੇ ਸੁੱਖ ਨਾਲ ਆਰਾਮ ਕੀਤਾ ਹੈ। ਗੁਰੂ ਸਾਹਿਬ ਵੀ ਆਰਾਮ ਨਾਲ ਬਿਰਾਜੇ ਹਨ। ਭਈ ਭੋਰ ਗਮਨੇ ਗੋਸਾਈ। ਅਗਲੇ ਦਿਨ ਸਵੇਰੇ ਹੀ ਮਹਾਰਾਜ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਨੂੰ ਚਲੇ ਗਏ। ਇੱਕ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਜੀ ਪ੍ਰਤੀ ਦੇ ਗਏ ਸਨ ਕਿ ਬਾਬਾ ਜੀ ਤੁਸੀਂ ਅੰਮ੍ਰਿਤਸਰ ਦਾ ਵੀ ਪ੍ਰਬੰਧ ਦੇਖਣਾ ਹੈ ਅਤੇ ਬਾਕੀ ਜਿੱਥੇ ਗੁਰੂ ਕੀ ਫੌਜ ਹੈ ਉਹਦਾ ਵੀ ਤੁਸੀਂ ਪ੍ਰਬੰਧ ਦੇਖਣਾ ਹੈ।
ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਹੈ। ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਮੋਹਰੀ ਰੱਖੀ ਗਈ। ਫਿਰ ਮਾਤਾ ਗੰਗਾ ਜੀ, ਭਾਈ ਗੁਰਦਾਸ ਜੀ, ਸਾਰਿਆਂ ਨੂੰ ਮਹਾਰਾਜ ਨੇ ਹੁਕਮਨਾਮਾ ਭੇਜਿਆ। ਸੰਗਤ ਨੂੰ, ਸਿੱਖਾਂ ਨੂੰ ਇਹ ਕਿਹਾ ਵੀ ਹੁਣ ਜਿੰਨਾ ਚਿਰ ਅਸੀਂ ਗਵਾਲੀਅਰ ਦੇ ਕਿਲ੍ਹੇ ਵਿੱਚ ਰਹਾਂਗੇ, ਫੌਜ ਸਾਰੀ ਬਾਬਾ ਬੁੱਢਾ ਜੀ ਦਾ ਹੁਕਮ ਮੰਨੇਗੀ। ਜੋ ਬਾਬਾ ਜੀ ਕਹਿਣਗੇ ਉਹ ਤੁਸੀਂ ਸਾਰਿਆਂ ਨੇ ਮੰਨਣਾ। ਇਸ ਤਰ੍ਹਾਂ ਸਾਰੀ ਜ਼ਿੰਮੇਵਾਰੀ ਦੇ ਕੇ ਸੱਚੇ ਪਾਤਸ਼ਾਹ ਜੀ 5 ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਨੂੰ ਚੱਲ ਪਏ ਹਨ। 5 ਸਿੱਖ ਲੈ ਸੰਗ ਪਿਆਨੇ। 5 ਗੁਰੂ ਕੇ ਪਿਆਰੇ ਸਿੱਖ, ਭਾਈ ਬਿਧੀ ਚੰਦ ਜੇਠਾ ਆਦਿਕ ਬੜੇ ਕਰਨੀ ਵਾਲੇ ਗੁਰੂ ਦੇ ਨਿਕਟਵਰਤੀ ਸਿੱਖਾਂ ਨੂੰ ਸਤਿਗੁਰੂ ਜੀ ਲੈ ਚੱਲੇ ਹਨ। ਪਹੁੰਚੇ ਜਾਏ ਗਵਾਲੀਅਰ ਥਾਨੇ। ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਪਹੁੰਚੇ ਨੇ ਸੱਚੇ ਪਾਤਸ਼ਾਹ ਜੀ। ਦੁਰਗਪਤੀ ਆਖ ਹਰਦਾਸ। ਸਾਧ ਸੰਗਤ ਜੀ, ਉੱਥੋਂ ਦਾ ਦਰੋਗਾ ਜਿਹੜਾ ਹੈ, ਕਿਲ੍ਹੇ ਦਾ ਜਿਹੜਾ ਕਿਲ੍ਹੇਦਾਰ ਹੈ, ਸੈਨਾਪਤੀ ਉੱਥੋਂ ਦਾ, ਉਹਦਾ ਨਾਮ ਹਰੀਦਾਸ ਹੈ। ਗੁਰੂ ਕਾ ਪਿਆਰਾ ਸਿੱਖ, ਉਹਦਾ ਨਾਮ ਭਾਈ ਹਰਦਾਸ ਹੈ। ਸਿਮਰਤ ਸਦਾ ਸਾਹਿਤ ਗੁਰ ਪਾਸ। ਉਹ ਬੜੇ ਪ੍ਰੇਮ ਨਾਲ ਹਰ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਾ ਰਹਿੰਦਾ। ਉਹ ਹਰ ਵੇਲੇ ਅਰਦਾਸ ਕਰਦਾ ਕਿ ਕਦੀ ਸਮਾਂ ਆਵੇਗਾ ਕਿ ਮੈਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣਗੇ। ਹਾਂਜੀ, ਕਿਮ ਦਰਸ਼ਨ ਮੈਂ ਚੱਲ ਕਰ ਪਾਵੋਂ। ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਚਾਹੁੰਦਾ, ਪਰ ਅੰਮ੍ਰਿਤਸਰ ਜਾ ਨਹੀਂ ਸਕਦਾ ਕਿਉਂਕਿ ਮੇਰੀ ਜ਼ਿੰਮੇਵਾਰੀ ਬੜੀ ਤਗੜੀ ਹੈ ਕਿਲ੍ਹੇ ਦੀ। ਇੱਥੋਂ ਡਿਊਟੀ ਤੋਂ ਛੁੱਟੀ ਮਿਲੇ ਤਾਂ ਹੀ ਜਾ ਸਕਦਾ। ਹਾਂਜੀ, ਨਹੀਂ ਦੁਰਗ ਕੋ ਛੋਰ ਸਿਧਾਵਾਂ। ਕਿਲ੍ਹੇ ਦੀ ਜ਼ਿੰਮੇਵਾਰੀ ਛੱਡ ਕੇ ਜਾ ਨਹੀਂ ਸਕਦਾ, ਬਹੁਤ ਔਖਾ ਹੈ। ਡਿਊਟੀ ਬੜੀ ਸਖਤ ਹੈ, ਜ਼ਿੰਮੇਵਾਰੀ ਵਾਲਾ ਕੰਮ ਹੈ। ਕੈਦੀਆਂ ਨੂੰ ਸਾਂਭਣਾ, ਉਹ ਵੀ ਰਾਜਸੀ ਕੈਦੀ। ਜਿਹੜੇ ਸਾਧ ਸੰਗਤ ਜੀ ਹਿੰਦੁਸਤਾਨ ਦੇ ਕਿਲ੍ਹੇ ਸਨ, ਜੇਲ੍ਹਾਂ ਵੀ ਸਨ, ਪਰ ਸਾਰੀਆਂ ਜੇਲ੍ਹਾਂ ਵਿੱਚੋਂ ਸਭ ਤੋਂ ਸਖਤ, ਕਸ਼ਟਦਾਇਕ, ਔਖੀ ਔਰ ਰਾਜਨੀਤਿਕ ਜੇਲ੍ਹ ਸੀ ਗਵਾਲੀਅਰ ਦਾ ਕਿਲ੍ਹਾ। ਇਹ ਗੱਲ ਉਸ ਵੇਲੇ ਦੀਆਂ ਜਿਹੜੀਆਂ ਪੁਰਾਣੀਆਂ ਪੁਸਤਕਾਂ ਨੇ, ਖੁਲਾਸਤੋ ਤਵਾਰੀਖ 1695 'ਚ ਸੁਜਾਨ ਰਾਏ ਭੰਡਾਰੀ ਬਟਾਲਾ ਨਿਵਾਸੀ ਨੇ ਲਿਖੀ ਹੈ, ਫਾਰਸੀ ਦੇ ਵਿੱਚ। ਉਹਨੇ ਵੀ ਗਵਾਲੀਅਰ ਦੇ ਕਿਲ੍ਹੇ ਬਾਰੇ ਇਹੀ ਦੱਸਿਆ ਵੀ ਉਹ ਇੱਕ ਰਾਜਨੀਤਿਕ ਜੇਲ੍ਹ ਹੈ ਔਰ ਉਹਦੇ ਵਿੱਚ ਉਹੀ ਕੈਦੀ ਭੇਜੇ ਜਾਂਦੇ ਆ ਜਿਨ੍ਹਾਂ ਨੇ ਜੇਲ੍ਹ ਵਿੱਚ ਹੀ ਮਰਨਾ ਹੋਵੇ। ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ। ਮਰ ਜਾਣ ਤਾਂ ਉਹਨਾਂ ਦੀ ਕਬਰ ਵੀ ਅੰਦਰ ਬਣੇਗੀ, ਉਹਨਾਂ ਦੀ ਮੜੀ ਵੀ ਅੰਦਰ ਬਣੇਗੀ। ਜੇ ਮੁਸਲਮਾਨ ਹੋਣਗੇ ਤਾਂ ਜੇਲ੍ਹ ਦੇ ਅੰਦਰ ਹੀ ਦਫਨਾਏ ਜਾਣਗੇ, ਜੇ ਹਿੰਦੂ ਹੋਣਗੇ ਤਾਂ ਜੇਲ੍ਹ ਦੇ ਅੰਦਰ ਸੰਸਕਾਰੇ ਜਾਣਗੇ। ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਡੈੱਡ ਬਾਡੀ ਵੀ ਨਹੀਂ ਆ ਸਕਦੀ। ਇਹੋ ਜਿਹੀ ਉਸ ਕਿਲ੍ਹੇ ਦੀ ਸਖਤੀ, ਉੱਥੋਂ ਦਾ ਕਾਨੂੰਨ, ਉੱਥੋਂ ਦਾ ਲਾਭ ਬਾਕੀ ਜੇਲ੍ਹਾਂ ਨਾਲੋਂ ਵੱਖਰਾ ਸੀਗਾ। ਉਸ ਕਿਲ੍ਹੇ ਦੇ ਵਿੱਚ ਜਿਹੜੇ ਬੰਦੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਖਿਲਾਫ ਬਾਗੀ ਸਨ, ਸਿਆਸੀ ਤੌਰ 'ਤੇ ਬਗਾਵਤ ਕਰ ਸਕਦੇ ਸਨ ਜਾਂ ਕਰਦੇ ਸਨ, ਉਹ ਵੱਖਰੀਆਂ ਵੱਖਰੀਆਂ ਰਿਆਸਤਾਂ ਦੇ ਹਿੰਦੂ ਅਤੇ ਮੁਸਲਮਾਨ ਨਵਾਬ, ਰਾਜੇ, ਉਹ ਕੈਦ ਕੀਤੇ ਹੋਏ ਸਨ। ਉਹਨਾਂ ਦੀ ਜ਼ਿੰਮੇਵਾਰੀ ਹਰਦਾਸ ਕੋਲ ਸੀ। ਹਰਦਾਸ ਉਹਨਾਂ ਨੂੰ ਛੱਡ ਕੇ ਜਾ ਨਹੀਂ ਸਕਦਾ। ਉਹ ਕਹਿੰਦਾ ਵੀ ਮੈਂ ਕਦੋਂ ਦਰਸ਼ਨ ਕਰਾਂਗਾ ਗੁਰੂ ਸਾਹਿਬ ਦੇ, ਮੈਨੂੰ ਕਿਵੇਂ ਦਰਸ਼ਨ ਹੋਣਗੇ ਸੱਚੇ ਪਾਤਸ਼ਾਹ ਦੇ। ਹਾਂਜੀ, ਹੈ ਕੈਦ ਇਸ ਮਹਿ ਬਹੁ ਰਾਜੇ। ਕਿਉਂਕਿ ਇਸ ਕਿਲ੍ਹੇ 'ਚ ਰਾਜੇ ਕੈਦ ਹਨ, ਬੜੇ ਬੜੇ ਖੂੰਖਾਰ ਰਾਜੇ, ਜਿਨ੍ਹਾਂ ਦਾ ਬਾਦਸ਼ਾਹ ਦੇ ਨਾਲ ਵੈਰ ਹੈ, ਦੁਸ਼ਮਣੀ ਹੈ। ਬੜੀ ਮੁਸ਼ਕਲ ਨਾਲ ਫੜ ਕੇ ਜੇਲ੍ਹ 'ਚ ਸੁੱਟੇ ਨੇ। ਉਹਨਾਂ 'ਚੋਂ ਕੋਈ ਰਾਜਾ ਜੇਲ੍ਹ 'ਚੋਂ ਭੱਜ ਜਾਵੇ, ਜਾ ਕੇ ਬਗਾਵਤ ਕਰ ਦੇਵੇ, ਕੋਈ ਝਗੜਾ ਖੜਾ ਹੋ ਜਾਏ, ਦੰਗੇ ਫਸਾਦ ਹੋ ਜਾਣ ਮੁਲਕ ਦੇ ਵਿੱਚ, ਬਾਦਸ਼ਾਹ ਦੇ ਤਖਤ ਨੂੰ ਖਤਰਾ ਹੋ ਸਕਦਾ। ਇਸ ਕਰਕੇ ਇਹਨਾਂ ਰਾਜਿਆਂ ਉੱਤੇ ਹਰ ਵੇਲੇ ਅੱਖ ਰੱਖਣੀ ਪੈਂਦੀ ਹੈ। ਮੈਂ ਇਹ ਡਿਊਟੀ ਛੱਡ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ। ਮੇਰੇ ਗਏ ਬਿਗਰਹਿ ਕਾਜੇ। ਜੇ ਮੈਂ ਛੁੱਟੀ ਲੈ ਕੇ ਜਾਵਾਂ, ਪਿੱਛੋਂ ਕੋਈ ਗੜਬੜ ਹੋ ਜਾਵੇ, ਬਾਦਸ਼ਾਹ ਮੈਨੂੰ ਨੌਕਰੀ ਤੋਂ ਕੱਢੇਗਾ, ਮੇਰੇ ਨਾਲ ਨਾਰਾਜ਼ ਹੋਵੇਗਾ, ਮੈਨੂੰ ਸਜ਼ਾ ਦੇਵੇਗਾ। ਹਾਂਜੀ, ਸ਼ਾਹੋ ਤਕੀਦ ਕਰਤ ਬਹੁ ਬਾਰੀ। ਤੇ ਬਾਦਸ਼ਾਹ ਨੇ, ਜਹਾਂਗੀਰ ਨੇ ਵੀ ਹਰਦਾਸ ਨੂੰ ਕਿੰਨੀ ਵਾਰੀ ਤਾਕੀਦ ਕੀਤੀ ਸੀ
ਕਈ ਵਾਰੀ ਕਿਹਾ ਸੀ। ਦੁਰਗ ਬਿਸਾਸ ਨਾ ਕੀਜਹਿ ਧਾਰੀ। ਜਹਾਂਗੀਰ ਨੇ ਹਰਿਦਾਸ ਨੂੰ ਕਿਹਾ ਹੋਇਆ ਸੀ ਕਿ ਦਰੋਗਾ ਜੀ ਤੁਸੀਂ ਕਿਲੇ ਦਾ ਵਿਸਾਹ ਨਹੀਂ ਖਾਣਾ, ਯਾਨੀ ਕਿਤੇ ਅਵੇਸਲੇ ਨਹੀਂ ਹੋਣਾ, ਹਰ ਵੇਲੇ ਖਿਆਲ ਰੱਖਣਾ, ਕਿਤੇ ਕਿਲਾ ਛੱਡ ਕੇ ਨਹੀਂ ਜਾਣਾ ਤੁਸੀਂ। ਹਾਂਜੀ, ਨਹੀਂ ਕੋਸ ਭਰ ਛੋਰ ਸਿਧਾਵੋ। 1 ਕਿਲੋਮੀਟਰ ਵੀ 1 ਮੀਲ ਵੀ ਦੂਰ ਨਹੀਂ ਜਾਣਾ। ਇੰਨਾ ਸਖਤ ਹੈ। ਜੇਲ੍ਹ ਸਭ ਤੋਂ ਸਖਤ ਹੈ। ਜਿਵੇਂ ਅੱਜ ਕੱਲ੍ਹ ਸਿਕਿਉਰਿਟੀ ਜੇਲ੍ਹਾਂ ਹੁੰਦੀਆਂ ਨਾ, ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਦੂਜੀਆਂ ਜੇਲ੍ਹਾਂ ਨਾਲੋਂ ਜ਼ਿਆਦਾ ਹੁੰਦੀ, ਸਖਤੀ ਹੁੰਦੀ ਹੈ। ਗਵਾਲੀਅਰ ਦੀ ਸਭ ਤੋਂ ਖਤਰਨਾਕ ਜੇਲ੍ਹ ਕਿਲਾ, ਉਹਦੇ ਵਿੱਚ ਜਿਹੜੇ ਕੈਦੀ ਨੇ ਉਹਨਾਂ ਉੱਤੇ ਹਰਦਾਸ ਦਰੋਗੇ ਦੀ ਡਿਊਟੀ ਹੈ। ਉਹਦੇ ਥੱਲੇ ਸੈਂਕੜੇ ਹੀ ਸਿਪਾਹੀ, ਛੋਟੇ ਆਫੀਸਰ ਜਿਹੜੇ ਨੇ ਉਹ ਜੇਲ੍ਹ ਦੀ ਰਾਖੀ ਕਰਦੇ ਨੇ, ਪਹਿਰਾ ਦਿੰਦੇ ਨੇ। ਟਾਈਮ ਸਿਰ ਕੈਦੀਆਂ ਨੂੰ ਬੰਦ ਕਰਨਾ, ਖੋਲ੍ਹਣਾ, ਤਾਲੇ ਮਾਰਨੇ, ਹੱਥ ਕੜੀਆਂ ਬੇੜੀਆਂ ਲਾਣੀਆਂ ਅਤੇ ਉਹਨਾਂ 'ਤੇ ਨਿਗਾਹ ਰੱਖਣੀ। ਕੋਈ ਦੌੜਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ। ਸਾਰੇ ਤੋਂ ਵੱਡੀ ਜ਼ਿੰਮੇਵਾਰੀ ਹਰਦਾਸ ਦੀ ਹੈ। ਉਹਨੂੰ ਬਾਦਸ਼ਾਹ ਨੇ ਕਿਹਾ ਵੀ 1 ਮੀਲ ਵੀ ਦੂਰ ਨਹੀਂ ਜਾਣਾ, ਕਿਲੇ ਤੋਂ ਅੰਦਰ ਹੀ ਰਹਿਣਾ ਹੈ। ਹਾਂਜੀ, ਨਿਜ ਦਰਮਾਹਾ ਬੈਠੇ ਪਾਵਹੋ। ਬਾਦਸ਼ਾਹ ਨੇ ਕਿਹਾ ਤੇਰੀ ਤਨਖਾਹ ਇੱਥੇ ਹੀ ਮਿਲਿਆ ਕਰੇਗੀ, ਇੱਥੇ ਬੈਠਿਆਂ ਹੀ ਤੈਨੂੰ ਤਨਖਾਹ ਮਿਲੇਗੀ, ਤੇਰਾ ਖਰਚਾ ਮਿਲੇਗਾ, ਆਰਾਮ ਨਾਲ ਰਹਿ, ਬਾਹਰ ਜਾਣ ਦੀ ਨਾ ਸੋਚੀ, ਕਿਲੇ ਵਿੱਚ ਰਹਿ ਕੇ ਕਿਲੇ ਦੀ ਰਾਖੀ ਰੱਖੀ। ਨਹੀਂ ਦੁਰਗ ਤਜ ਜਾਇਓ ਜਾਵੈ। ਭਾਈ ਹਰਦਾਸ ਦਰੋਗਾ ਸੋਚਦਾ ਮੈਂ ਹੁਣ ਕਿਵੇਂ ਜਾਵਾਂ ਅੰਮ੍ਰਿਤਸਰ, ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਕਰਾਂ, ਕੀ ਮੇਰੀ ਇਸ ਜ਼ਿੰਦਗੀ 'ਚ ਮੈਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣਗੇ ਵੀ ਕਿ ਨਹੀਂ ਹੋਣਗੇ, ਇਉਂ ਸੋਚਦਾ ਹੈ। ਹਾਂਜੀ, ਸਿਮਰਹਿ ਸਤਿਗੁਰ ਦਰਸ ਦਿਖਾਵੈ। ਫਿਰ ਕਹਿੰਦਾ ਮੈਂ ਸੁਣਿਆ ਜਿਹੜਾ ਉਹਨਾਂ ਨੂੰ ਪ੍ਰੇਮ ਨਾਲ ਯਾਦ ਕਰੇ ਆਪੇ ਹੀ ਆ ਜਾਂਦੇ ਆ। ਉਹ ਤਾਂ ਪ੍ਰੇਮ ਦੇ ਭੁੱਖੇ ਨੇ, ਜਿੱਥੇ ਕੋਈ ਯਾਦ ਕਰੇ ਉੱਥੇ ਹੀ ਆ ਜਾਂਦੇ ਨੇ, ਅੰਤਰਜਾਮੀ ਨੇ। ਫਿਰ ਮੇਰੇ 'ਤੇ ਕਿਰਪਾ ਕਰਨ ਅਤੇ ਮੈਨੂੰ ਇੱਥੇ ਗਵਾਲੀਅਰ ਆ ਕੇ ਦਰਸ਼ਨ ਦੇ ਦੇਣ, ਇਉਂ ਅਰਦਾਸਾਂ ਕਰਿਆ ਕਰਦਾ ਸੀ। ਹਾਂਜੀ, ਗਇਓ ਸ਼ਾਹ ਕੋ ਜਬ ਪਰਵਾਨਾ। ਅੱਜ ਜਦੋਂ ਬਾਦਸ਼ਾਹ ਦਾ ਪਰਵਾਨਾ ਪਹੁੰਚਿਆ, ਬਾਦਸ਼ਾਹ ਦੀ ਚਿੱਠੀ ਹੁਕਮਨਾਮਾ ਪਹੁੰਚਿਆ ਬਈ ਗੁਰੂ ਸਾਹਿਬ ਜੀ ਗਵਾਲੀਅਰ ਆ ਰਹੇ ਨੇ ਅਤੇ ਤੂੰ ਉਹਨਾਂ ਦੀ ਸੇਵਾ ਕਰਨੀ ਹੈ। ਹਾਂਜੀ, ਕਰਤ ਪ੍ਰਤੀਖਨ ਹਰਖ ਮਹਾਨਾ। ਆ ਚਿੱਠੀ ਪੜ੍ਹਦਿਆਂ, ਬਾਦਸ਼ਾਹ ਦਾ ਪਰਵਾਨਾ ਪੜ੍ਹਦਿਆਂ ਹੀ ਖੁਸ਼ੀ ਨਾਲ ਉਛਲ ਪਿਆ, ਝੂਮ ਉੱਠਿਆ। ਹਰੀਦਾਸ ਕਹਿਣ ਲੱਗਾ ਧੰਨ ਮੇਰੇ ਸਤਿਗੁਰੂ, ਅੰਤਰਜਾਮੀ ਜਾਣੀ ਜਾਣ ਕੈਸੀ ਬਿਧ ਬਣਾ ਦਿੱਤੀ ਹੈ, ਮੇਰੇ ਕੋਲ ਆ ਰਹੇ ਨੇ। ਪਹੁੰਚੇ ਤਹ ਸ੍ਰੀ ਹਰਗੋਬਿੰਦ। ਅਗਲੇ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਪਹੁੰਚ ਵੀ ਗਏ। ਤਬ ਹਰਦਾਸ ਉਠਿਓ ਕਰ ਬੰਦ। ਹਰਦਾਸ ਉੱਠਿਆ, ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਬੰਦਨ ਕੀਨ ਭਾਉ ਬੜ ਧਾਰਾ। ਬੜੇ ਪ੍ਰੇਮ ਨਾਲ ਨਾ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਧਰ ਛੱਡਿਆ। ਅੱਖਾਂ ਦੇ ਹੰਝੂਆਂ ਨਾਲ ਪਾਤਸ਼ਾਹ ਦੇ ਚਰਨ ਧੋ ਦਿੱਤੇ, ਗਲਾ ਭਰ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਧੰਨੋ ਧੰਨੋ ਧੰਨੋ, ਮਹਾਰਾਜ ਅੰਤਰਜਾਮੀ ਜਾਣੀ ਜਾਣ, ਮੇਰੀ ਅਰਦਾਸ ਸੁਣ ਲਈ, ਮੈਨੂੰ ਦਰਸ਼ਨ ਦੇਣ ਆ ਗਏ ਹੋ। ਹਾਂਜੀ, ਲੇਕਰ ਸੰਗ ਸੋ ਦੁਰਗ ਮਝਾਰਾ। ਬਾਦਸ਼ਾਹ ਨਾਲ ਲੈ ਕੇ ਗੁਰੂ ਸਾਹਿਬ ਨੂੰ ਕਿਲੇ ਦੇ ਵਿੱਚ ਪ੍ਰਵੇਸ਼, ਬਾਦਸ਼ਾਹ ਦਾ ਦਰੋਗਾ ਹਰੀਦਾਸ ਗਵਾਲੀਅਰ ਦੇ ਕਿਲੇ ਵਿੱਚ ਲੈ ਵੜਿਆ ਹੈ। ਪ੍ਰਵਿਸ਼ਿਓ ਆਛੋ ਥਲ ਜਹ ਹੇਰਾ। ਕਿਲੇ ਵਿੱਚ ਜਾ ਕੇ ਜਿਹੜੀ ਸਭ ਤੋਂ ਵਧੀਆ ਸਾਫ ਸੁਥਰੀ ਜਗ੍ਹਾ ਸੀ, ਜਾਏ ਕਰਾਇਓ ਸਤਿਗੁਰ ਡੇਰਾ। ਉੱਥੇ ਮਹਾਰਾਜ ਜੀ 6ਵੇਂ ਪਾਤਸ਼ਾਹ ਦਾ ਡੇਰਾ ਕਰਾਇਆ ਹੈ। ਇੱਕ ਸੁੰਦਰ ਪਰਯੰਕ ਡਸਾਇਓ। ਔਰ ਇੱਕ ਬੜਾ ਸੁੰਦਰ ਸੋਹਣਾ ਪਲੰਗ ਢਾ ਦਿੱਤਾ ਹੈ ਸਤਿਗੁਰਾਂ ਦੇ ਬਿਰਾਜਣ ਵਾਸਤੇ। ਆਸਤਰਨ ਸੋ ਨੀਕੇ ਛਾਇਓ। ਉਹਦੇ ਉੱਤੇ ਬੜਾ ਸੋਹਣਾ ਸਾਫ ਸੁਥਰਾ ਨਵਾਂ ਚਿੱਟਾ ਵਿਛਾਉਣਾ ਵਿਛਾਇਆ ਹੈ। ਤਿਸ ਪਰ ਬਿਨਤੀ ਭਾਖ ਬਿਠਾਏ। ਤੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਮਹਾਰਾਜ ਇਹ ਆਪ ਜੀ ਦਾ ਆਸਣ ਹੈ, ਚਰਨ ਪਾ ਕੇ ਇਸ ਨੂੰ ਪਵਿੱਤਰ ਕਰੋ। ਬੈਠ ਤਰੇ ਮਨ ਬਾਂਛਿਤ ਪਾਏ। ਮਹਾਰਾਜ ਦੇ ਚਰਨਾਂ 'ਚ ਥੱਲੇ ਪਲੰਗ ਦੇ ਸਾਹਮਣੇ ਜ਼ਮੀਨ ਤੇ ਹਰਦਾਸ ਹੱਥ ਜੋੜ ਕੇ ਬੈਠਾ। ਕਹਿੰਦਾ ਅੱਜ ਮੈਨੂੰ ਮੇਰੇ ਮਨ ਦੀ ਮੁਰਾਦ ਪੂਰੀ ਹੋ ਗਈ, ਮੇਰੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਹਨ। ਕਹਿਤ ਭਇਓ ਸੁਨ ਸੁਜਸ ਤੁਮਾਰਾ। ਕਹਿਣ ਲੱਗਾ ਮਹਾਰਾਜ ਬੜੇ ਚਿਰਾਂ ਤੋਂ ਆਪ ਦੀ ਸੋਭਾ ਸੁਣੀਦੀ ਸੀ ਤੇ ਮਨ ਵਿੱਚ ਚਾਹ ਉੱਠਦਾ ਸੀ
ਕਿ ਮੈਨੂੰ ਕਦੋਂ ਦਰਸ਼ਨ ਹੋਣਗੇ, ਕਦੋਂ ਮੈਂ ਗੁਰੂ ਸਾਹਿਬ ਦੇ ਚਰਨਾਂ 'ਤੇ ਆਪਣਾ ਮੱਥਾ ਰੱਖਾਂਗਾ, ਕਦੋਂ ਮਹਾਰਾਜ ਦੇ ਚਰਨ ਚੁੰਮਾਂਗਾ। ਚਹਿਤ ਰਹਿਓ ਮੈਂ ਦਰਸ ਉਦਾਰਾ। ਆਪ ਜੀ ਦੇ ਦਰਸ਼ਨਾਂ ਲਈ ਮਨ ਬੜੇ ਹੀ ਚਿਰਾਂ ਤੋਂ ਲੋਚਦਾ ਸੀ। ਸੱਚੇ ਪਾਤਸ਼ਾਹ ਜੀਓ, ਘਟ ਘਟ ਕੀ ਤੁਮ ਜਾਣਨ ਹਾਰੇ। ਮਹਾਰਾਜ ਤੁਸੀਂ ਤੇ ਹਿਰਦੇ ਦੀ ਜਾਣਨ ਵਾਲੇ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਭ ਦੇ ਦਿਲਾਂ ਦੀ ਜਾਣਨ ਵਾਲੇ ਹੋ। ਆਨ ਦਿਓ ਦਰਸ਼ਨ ਇਸ ਬਾਰੇ। ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੈਨੂੰ ਘਰ ਆ ਕੇ ਦਰਸ਼ਨ ਦਿੱਤੇ ਹਨ। ਕਰਿਓ ਨਿਹਾਲ ਮੋਹਿ ਕੋ ਆਛੇ। ਮਹਾਰਾਜ ਮੈਂ ਧੰਨ ਹੋ ਗਿਆ, ਮੈਂ ਨਿਹਾਲ ਹੋ ਗਿਆ, ਮੇਰੇ ਭਾਗ ਜਾਗ ਪਏ। ਆਹੋ ਭਾਗ ਮੇਰੇ ਪ੍ਰਭੂ ਦਰਸ਼ ਪਾਏ। ਧੰਨ ਭਾਗ ਨੇ, ਮੈਨੂੰ ਆਪ ਜੀ ਦੇ ਦਰਸ਼ਨ ਹੋ ਗਏ। ਸੱਚੇ ਪਾਤਸ਼ਾਹ ਜੀ। ਹਾਂਜੀ। ਦੇਤ ਮਨੋਰਥ ਦਾਸ ਜੋ ਬਾਂਛੇ। ਮਹਾਰਾਜ ਜੀਓ, ਜੋ ਵੀ ਦਾਸ ਸੇਵਾਦਾਰ ਆਪ ਜੀ ਤੋਂ ਮੰਗਦੇ ਨੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਆਪ ਮਹਾਰਾਜ ਜੀ ਮੂੰਹ ਮੰਗੀਆਂ ਮੁਰਾਦਾਂ ਦੇਣ ਵਾਲੇ ਹੋ। ਹਾਂਜੀ। ਭਾਉ ਹੇਰ ਕਰ ਬਹੁ ਹਰਦਾਸ। ਅਰਦਾਸ ਦਾ ਪ੍ਰੇਮ ਦੇਖ ਕੇ, ਅਰਦਾਸ ਦੀ ਸ਼ਰਧਾ ਦੇਖ ਕੇ, ਸ੍ਰੀ ਮੁਖ ਤੇ ਕੀਏ ਬਾਕ ਪ੍ਰਕਾਸ਼। ਛੇਵੇਂ ਪਾਤਸ਼ਾਹ ਮਹਾਰਾਜ ਬੋਲੇ ਹਨ। ਗੁਰ ਘਰ ਕੇ ਜੋ ਸ਼ਰਧਾ ਧਾਰੀ। ਮਹਾਰਾਜ ਕਹਿਣ ਲੱਗੇ, ਭਾਈ ਹਰਦਾਸ, ਜਿਹੜਾ ਵੀ ਬੰਦਾ ਗੁਰੂ ਘਰ ਤੇ ਸ਼ਰਧਾ ਰੱਖ ਲੈਂਦਾ, ਗੁਰੂ ਤੇ ਭਰੋਸਾ ਕਰ ਲੈਂਦਾ, ਗੁਰੂ ਤੇ ਡੋਰਾਂ ਸੁੱਟ ਦਿੰਦਾ। ਹਾਂਜੀ। ਦੋਹ ਲੋਕਨ ਗਤ ਲਹਿਤ ਸੁਖਾਰੀ। ਗੁਰੂ ਉਹਦਾ ਦੋਵਾਂ ਜਹਾਨਾਂ ਦਾ ਵਾਲੀ ਹੁੰਦਾ। ਗੁਰੂ ਇਸ ਸੰਸਾਰ ਵਿੱਚ ਵੀ ਉਹਦੀ ਖਬਰ ਲੈਂਦਾ, ਗੁਰੂ ਪਰਲੋਕ ਵਿੱਚ ਵੀ ਉਹਦੀ ਖਬਰ ਰੱਖਦਾ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਿਹੜੇ ਗੁਰੂ ਦਾ ਭਰੋਸਾ ਰੱਖਦੇ ਨੇ, ਗੁਰੂ ਦੋਵਾਂ ਜਹਾਨਾਂ 'ਚ ਨਾਲ ਹੁੰਦਾ। ਹਾਂਜੀ। ਸ੍ਰੀ ਨਾਨਕ ਜਗ ਗੁਰ ਸਭ ਮਾਲਕ। ਮਹਾਰਾਜ ਕਹਿੰਦੇ, ਦੇਖ ਭਾਈ ਹਰਦਾਸ, ਗੁਰੂ ਨਾਨਕ ਦੇਵ ਜੀ ਸਭ ਦੁਨੀਆ ਦੇ ਮਾਲਕ ਹਨ। ਸਾਰੀ ਦੁਨੀਆ ਤੋਂ ਵੱਡੇ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਇਹੋ ਜਿਹੇ ਸੱਚੇ ਪਾਤਸ਼ਾਹ ਜੀ ਹਨ। ਹਾਂਜੀ। ਚਾਰ ਪਦਾਰਥ ਦੇ ਤਤਕਾਲਕ। ਉਹਨਾਂ ਉੱਤੇ ਜਿਹੜਾ ਵੀ ਭਰੋਸਾ ਰੱਖੇਗਾ, ਗੁਰੂ ਨਾਨਕ ਉਸ ਸਿੱਖ ਨੂੰ ਚਾਰੇ ਹੀ ਪਦਾਰਥ ਤਤਕਾਲ ਹੀ ਦੇ ਦਿੰਦੇ, ਉਸੇ ਵੇਲੇ। ਚਾਰ ਪਦਾਰਥ ਨੇ ਧਰਮ, ਅਰਥ, ਕਾਮ ਤੇ ਮੋਕਸ਼। ਇਹ ਚਾਰੇ ਹੀ ਪਦਾਰਥ ਗੁਰੂ ਨਾਨਕ ਸਾਹਿਬ ਦਿੰਦੇ ਨੇ। ਹਾਂਜੀ। ਸੁਨਤ ਹਰਖ ਕਰ ਕੈ ਹਰਦਾਸ। ਇਹ ਸੁਣ ਕੇ ਭਾਈ ਹਰਦਾਸ ਜੀ ਬੜੇ ਖੁਸ਼ ਹੋਏ। ਵਸਤ ਜੋ ਚਾਹੀਤ ਪਠੀ ਸੋ ਪਾਸ। ਜੋ ਗੁਰੂ ਸਾਹਿਬ ਨੂੰ ਚਾਹੀਦਾ ਸੀ, ਜੋ ਹਰਦਾਸ ਨੇ ਸਮਝਿਆ ਵੀ ਮਹਾਰਾਜ ਦੀ ਕਮਰੇ ਵਿੱਚ ਰਹਿਣ ਸਹਿਣ ਵਾਸਤੇ ਸਮਾਨ ਚਾਹੀਦਾ, ਵਧੀਆ ਬਿਸਤਰੇ, ਵਧੀਆ ਕਲੀਨ ਗਲੀਚੇ ਵਿਛਾ ਦਿੱਤੇ, ਪਲੰਘ ਸਤਿਗੁਰਾਂ ਦਾ ਵਧੀਆ ਲਾਤਾ। ਜਿਹੜੇ 5 ਸਿੱਖ ਨਾਲ ਆਏ ਸੀ, ਉਹਨਾਂ ਵਾਸਤੇ ਵੀ ਨਵੇਂ ਬਿਸਤਰੇ, ਨਵੇਂ ਕੰਬਲ, ਨਵੇਂ ਚਾਦਰੇ ਕੱਢ ਕੇ ਦਿੱਤੇ, ਤੇ ਲੰਗਰ ਪਾਣੀ ਵਾਸਤੇ ਵੀ ਸਾਰਾ ਸਿਸਟਮ ਵਧੀਆ ਤਿਆਰ ਕਰਕੇ ਦਿੱਤਾ। ਹਾਂਜੀ। ਕੈਦ ਬਿਖੈ ਮਹੀਪਾਲ ਬਿਸਾਲਾ। ਉਸ ਗਵਾਲੀਅਰ ਦੇ ਕੈਦ ਦੇ ਵਿੱਚ 52 ਕੈਦੀ ਰਾਜੇ ਵੀ ਹਨ। ਉਮਰ ਕੈਦ ਜਿਨ ਕੀ ਸਭ ਕਾਲਾ। ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ। ਉਮਰ ਕੈਦ ਦਾ ਮਤਲਬ ਹੈ ਵੀ ਅਖੀਰਲੇ ਸਵਾਸ ਤੱਕ ਜੇਲ੍ਹ ਵਿੱਚ ਹੀ ਰਹਿਣਗੇ, ਜੇਲ੍ਹ ਵਿੱਚ ਹੀ ਮਰਨਗੇ, ਜੇਲ੍ਹ ਵਿੱਚ ਹੀ ਸੰਸਕਾਰੇ ਜਾਂ ਦੱਬੇ ਜਾਣਗੇ। ਹਾਂਜੀ। ਕਬਹੁ ਨਾ ਛੋੜਨ ਜਿਨ ਕੋ ਹੋਏ। ਉਹਨਾਂ ਨੂੰ ਕਦੀ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ, ਕਦੀ ਛੱਡੇ ਨਹੀਂ ਜਾ ਸਕਦੇ। ਕਾਨੂੰਨ ਉਹਦਾ ਉਹਨਾਂ ਵਾਸਤੇ ਇਹ ਬਣਿਆ। ਉਹਨਾਂ ਨੂੰ ਸਜ਼ਾ ਇਹੋ ਜਿਹੀ ਹੋਈ ਹੈ ਵੀ ਇਹ ਰਾਜੇ ਹੁਣ ਕਦੀ ਵੀ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਹੀਂ ਜਾਣਗੇ। ਤਿਸੀ ਦੁਰਗ ਮਹਿ ਗੇਰਤ ਸੋਏ। ਜਿਹੜਾ ਕੋਈ ਕੈਦੀ ਹੁੰਦਾ, ਉਹਨੂੰ ਇਹੋ ਜਿਹਾ ਰਾਜਨੀਤਿਕ ਕੈਦੀ ਔਰ ਸਾਰੀ ਉਮਰ ਜਿਹਨੇ ਅੰਦਰ ਰਹਿਣਾ ਹੋਵੇ, ਉਹਨੂੰ ਗਵਾਲੀਅਰ ਦੇ ਕਿਲੇ 'ਚ ਸਿੱਟ ਦਿੰਦੇ ਨੇ। ਸੁਣੀ ਸਭਨ ਸਤ ਗੁਰ ਇਤ ਆਏ। ਉਹਨਾਂ 52 ਰਾਜਿਆਂ ਨੂੰ, ਕੈਦੀਆਂ ਨੂੰ ਪਤਾ ਲੱਗਾ ਕਿ ਅੱਜ
ਗਵਾਲੀਅਰ ਦੇ ਕਿਲੇ 'ਚ ਮਹਾਰਾਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ। ਭਏ ਆਨੰਦ ਮਨਹੁ ਛੁਟਕਾਏ। ਕਹਿੰਦੇ ਖੁਸ਼ ਹੋ ਕੇ ਬੜੇ 52 ਰਾਜੇ ਇੰਨੇ ਪ੍ਰਸੰਨ ਹੋਏ, ਇੰਨੇ ਖੁਸ਼ ਹੋਏ ਵੀ ਜਿਵੇਂ ਮੰਨ ਲਓ ਜੇਲ੍ਹ 'ਚ ਛੁੱਟ ਗਏ ਹੋਣ। ਉਹਨਾਂ ਨੂੰ ਇੰਝ ਲੱਗਾ ਵੀ ਅੱਜ ਸਾਡੀ ਰਿਹਾਈ ਹੋ ਗਈ ਹੈ। ਹਾਂਜੀ, ਕਰ ਜੋਰੇ ਸਭ ਹੀ ਤਹ ਆਏ। ਹੱਥ ਜੋੜੇ ਹੋਏ ਨੇ ਉਹ 52 ਰਾਜੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਆਏ ਨੇ। ਹਾਂਜੀ, ਗੁਰ ਕੋ ਦਰਸ ਕੀਨ ਸੁਖ ਪਾਏ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਹਨ। ਸਭ ਕੇ ਉਪਰ ਬਸਤਰ ਮਲੀਨ। ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਜੇਲ੍ਹਾਂ ਵਿੱਚ ਬੜੀਆਂ ਸਹੂਲਤਾਂ ਨੇ। ਉਦੋਂ ਜੇਲ੍ਹ ਨਰਕ ਵਰਤੋਂ ਵੀ ਮਾੜੀ ਸੀ। ਜੇਲ੍ਹ ਤਾਂ ਖੈਰ ਜੇਲ੍ਹ ਹੀ ਹੁੰਦੀ, ਅੱਜ ਵੀ ਮਾੜੀ ਹੈ। ਰੱਬ ਕਰਕੇ ਕਿਸੇ ਨੂੰ ਨਾ ਜਾਣਾ ਪਵੇ, ਪਰ ਫਿਰ ਵੀ ਕੋਈ ਸਹੂਲਤਾਂ ਕੱਪੜੇ ਧੋਣ ਦੀਆਂ, ਪਾਣ ਦੀਆਂ, ਬਦਲਣ ਦੀਆਂ ਮਿਲਦੀਆਂ। ਉਹਨਾਂ ਦਿਨਾਂ ਵਿੱਚ ਬਹੁਤ ਮਾੜੇ ਹਾਲ ਸਨ, ਕਸ਼ਟ ਦਿੱਤੇ ਜਾਂਦੇ ਸਨ। ਬੰਦੇ ਨੂੰ ਅਹਿਸਾਸ ਕਰਾਇਆ ਜਾਂਦਾ ਸੀ ਵੀ ਤੂੰ ਜੇਲ੍ਹ ਵਿੱਚ ਹੈ। ਸੋ ਜੇਲ੍ਹ ਦੇ ਵਿੱਚ ਕੱਪੜੇ ਬੜੇ ਪੁਰਾਣੇ ਹਨ। ਰਾਜਿਆਂ ਦੇ ਕੱਪੜੇ ਕਈ ਸਾਲਾਂ ਤੋਂ ਜਿਹੜੇ ਪਾਏ ਨੇ ਉਹ ਬੋਦੇ ਤੇ ਪੁਰਾਣੇ ਹੋ ਚੁੱਕੇ ਨੇ। ਹਾਂਜੀ, ਤਨ ਤੇ ਦੁਰਬਲ ਚਿੰਤਾ ਪੀਨ। ਸਰੀਰ ਉਹਨਾਂ ਦੇ ਕਮਜ਼ੋਰ ਹੋ ਗਏ ਨੇ। ਚਿੰਤਾ ਨੇ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਹਰ ਵੇਲੇ ਫਿਕਰ ਵਿੱਚ ਵੀ ਸਾਡੀ ਜ਼ਿੰਦਗੀ ਇੱਥੇ ਹੀ ਲੰਘਣੀ ਹੈ, ਅਸੀਂ ਇਸੇ ਕਿਲੇ ਦੀਆਂ ਕੰਧਾਂ ਵੇਖ ਵੇਖ ਕੇ ਮਰ ਜਾਣਾ, ਅਸੀਂ ਬਾਹਰ ਦੀ ਹਵਾ ਨਹੀਂ ਲਵਾਂਗੇ। ਇਸ ਤਰ੍ਹਾਂ ਉਹ 52 ਰਾਜੇ ਕਮਜ਼ੋਰ ਹੋ ਚੁੱਕੇ ਨੇ। ਕੇਸ਼ ਸ਼ਮਸ਼ ਮਹਿ ਜੂਕ ਕਨੇਰੀ। ਸਿਰ ਦੇ ਵਾਲ, ਦਾੜੀ ਦੇ ਵਾਲਾਂ ਵਿੱਚ ਕਈਆਂ ਦੇ ਤਾਂ ਜੂਆਂ ਤੱਕ ਪਈਆਂ ਹੋਈਆਂ। ਹਾਲ ਇੰਨੇ ਮਾੜੇ ਹਨ ਕੈਦੀਆਂ ਦੇ, ਨਹਾਉਣ ਧੋਣ ਦੀਆਂ ਵੀ ਸਹੂਲਤਾਂ ਘੱਟ ਹਨ। ਹਾਂਜੀ, ਪਾਇਨ ਪਰੀ ਪੀਨ ਹੀ ਬੇਰੀ। ਤੇ ਪੈਰਾਂ 'ਚ ਬੇੜੀਆਂ ਪਾਈਆਂ ਹੋਈਆਂ, ਲੋਹੇ ਦੇ ਤੌਕ ਗਲ ਵਿੱਚ ਪਾਏ ਨੇ, ਪੈਰਾਂ ਨੂੰ ਬੇੜੀ ਲਾਈ ਹੋਈ ਵੀ ਦੌੜ ਨਾ ਜਾਣ ਕਿਤੇ। ਹਾਂਜੀ, ਜੀਰਨ ਪਟ ਤਨ ਧਾਰਨ ਕਰੇ। ਪੁਰਾਣੇ ਪਾਟੇ ਪਰੂਣੇ ਕੱਪੜੇ ਪਾਏ ਹੋਏ ਨੇ ਰਾਜਿਆਂ ਨੇ। ਹਾਂਜੀ, ਮੁਕਤ ਹੋਣ ਕੀ ਆਸ ਨਾ ਧਰੇ। ਇਸ ਗਵਾਲੀਅਰ ਦੇ ਕਿਲੇ 'ਚੋਂ ਬਾਹਰ ਜਾਣ ਦੀ ਕਦੀ ਆਸ ਨਹੀਂ ਹੈ। ਜ਼ਿੰਦਗੀ ਭਰ ਇਸ ਜੇਲ੍ਹ 'ਚੋਂ ਨਿਕਲ ਨਹੀਂ ਸਕਾਂਗੇ, ਇਹ ਉਹਨਾਂ ਨੇ ਸੋਚਿਆ ਹੋਇਆ। ਉਹਨਾਂ ਨੂੰ ਬਾਦਸ਼ਾਹ ਦੇ ਕਰਿੰਦਿਆਂ ਨੇ ਦੱਸਿਆ ਵੀ ਤੁਹਾਨੂੰ ਇਹ ਜੇਲ੍ਹ ਸਾਰੀ ਉਮਰ ਵਾਸਤੇ ਹੈ ਭਾਈ, ਇੱਥੇ ਹੀ ਰਹਿਣਾ ਤੁਸੀਂ ਹੁਣ। ਹਾਂਜੀ, ਵਿਛੜੇ ਪਰਵਾਰਨ ਅਰਦੇਸ਼। ਆਪਣੇ ਇਲਾਕਿਆਂ ਤੋਂ, ਆਪਣੀਆਂ ਰਿਆਸਤਾਂ ਤੋਂ, ਆਪਣੇ ਮੁਲਕਾਂ ਤੋਂ, ਆਪਣੇ ਪਰਿਵਾਰਾਂ ਤੋਂ ਵਿਛੜੇ ਹੋਏ ਨੇ। ਹਾਂਜੀ, ਨਿਸ ਦਿਨ ਜਨਹੋ ਕਲੇਸ਼ ਵਿਸ਼ੇਸ਼। ਦਿਨ ਰਾਤ ਵੱਡਾ ਭਾਰੀ ਕਲੇਸ਼ ਜੇਲ੍ਹ ਦਾ ਭੋਗ ਰਹੇ ਨੇ। ਹਾਂਜੀ, ਜਰਾ ਸਿੰਧ ਜਿਮ ਰਾਜੇ ਗਹੇ। ਜਿਵੇਂ ਦੁਆਪਰ ਯੁੱਗ ਦੇ ਵਿੱਚ ਕੰਸ ਦੇ ਸਹੁਰੇ ਜਰਾਸੰਧ ਨੇ ਬੜੇ ਰਾਜੇ ਕੈਦ ਕੀਤੇ ਹੋਏ ਸੀ। ਹਾਂਜੀ, ਦੇਖ ਕ੍ਰਿਸ਼ਨ ਕੋ ਆਨੰਦ ਲਹੇ। ਜਦੋਂ ਮਹਾਰਾਜ ਕ੍ਰਿਸ਼ਨ ਜੀ ਨੇ ਜਰਾਸੰਧ ਨੂੰ ਮਾਰਿਆ ਤੇ ਜੇਲ੍ਹ 'ਚ ਗਏ ਸਿੱਧੇ। ਜਰਾਸੰਧ ਨੂੰ ਮਰਵਾ ਕੇ ਨਾ ਭੀਮ ਕੋਲੋਂ ਤੇ ਜੇਲ੍ਹ ਵੱਲ ਗਏ ਭਗਵਾਨ ਕ੍ਰਿਸ਼ਨ ਜੀ, ਤੇ ਜਾ ਕੇ ਜੇਲ੍ਹ ਦਾ ਬੂਹਾ ਖੋਲ੍ਹ ਦਿੱਤਾ। ਬੂਹਾ ਖੋਲ੍ਹ ਕੇ ਰਾਜਿਆਂ ਨੂੰ ਜਿਹੜੇ ਜਰਾਸੰਧ ਨੇ ਕੈਦ ਕੀਤੇ ਸੀ ਨਾ, ਭਗਵਾਨ ਕ੍ਰਿਸ਼ਨ ਜੀ ਨੇ ਰਿਹਾਈਆਂ ਦੇ ਦਿੱਤੀਆਂ। ਜਿਵੇਂ ਉਹ ਰਾਜੇ ਸ੍ਰੀ ਕ੍ਰਿਸ਼ਨ ਜੀ ਨੂੰ ਵੇਖ ਕੇ ਖੁਸ਼ ਹੋਏ ਸਨ। ਹਾਂਜੀ, ਤਿਮ ਸਭ ਪਿਖ ਸ੍ਰੀ ਹਰਗੋਬਿੰਦ। ਅੱਜ ਉਸੇ ਤਰ੍ਹਾਂ ਗਵਾਲੀਅਰ ਦੇ 52 ਰਾਜੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਖੁਸ਼ ਹੋਏ ਨੇ। ਹਾਂਜੀ, ਨਾਮ ਕਿਰਿਆ ਜੁਗ ਕੀ ਮਾਨਿੰਦ। ਕਹਿੰਦੇ ਜਿਵੇਂ ਉਹਨਾਂ ਦਾ ਨਾਮ ਕ੍ਰਿਸ਼ਨ ਸੀ, ਹਰੀ ਕ੍ਰਿਸ਼ਨ ਸੀ, ਇਹਨਾਂ ਦਾ ਨਾਮ ਹਰਗੋਬਿੰਦ ਹੈ। ਉਹ ਵੀ ਰਾਜਿਆਂ ਨੂੰ ਛੁਡਾਉਣ ਜੇਲ੍ਹ 'ਚ ਗਏ ਸਨ। ਉਹ ਦੁਆਪਰ ਯੁੱਗ ਦੇ ਵਿੱਚ ਜਰਾਸੰਧ ਦੀ ਜੇਲ੍ਹ ਸੀ, ਇਹ ਜਹਾਂਗੀਰ ਦੀ ਜੇਲ੍ਹ ਹੈ। ਇਹਦੇ ਵਿੱਚ ਵੀ ਉਹ 52 ਰਾਜੇ ਕੈਦ ਹਨ। ਤੇ ਗੁਰੂ ਹਰਗੋਬਿੰਦ ਸਾਹਿਬ ਅੱਜ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਉਣ ਵਾਸਤੇ ਗਵਾਲੀਅਰ ਦੇ ਕਿਲੇ 'ਚ ਪਹੁੰਚ ਗਏ ਹਨ। ਹਾਂਜੀ, ਦੇਖਤ ਕਿਰਪਾ ਕਿਰਪਾਲ ਵਿਸਾਲਾ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਦੇ ਰਾਜਿਆਂ ਨੇ ਦਰਸ਼ਨ ਕੀਤੇ ਤੇ ਬੜੇ ਪ੍ਰੇਮ ਨਾਲ ਚਰਨਾਂ ਤੇ ਮੱਥਾ ਟੇਕਿਆ, ਉਹਨਾਂ ਗਰੀਬਾਂ ਰਾਜਿਆਂ ਦੀ ਦਸ਼ਾ ਦੇਖ ਕੇ ਸਤਿਗੁਰਾਂ ਦੇ ਦਿਲ 'ਚ ਦਇਆ ਆਈ, ਸਭ ਵੱਲ ਮਿਹਰ ਦ੍ਰਿਸ਼ਟੀ ਨਾਲ ਤੱਕਿਆ। ਹਾਂਜੀ, ਸਭ ਕੋ ਦਈ ਧੀਰ ਤਿਸ ਕਾਲਾ। ਸਾਰੇ 52 ਰਾਜਿਆਂ ਨੂੰ ਹੌਸਲਾ ਦਿੱਤਾ ਮਹਾਰਾਜ ਨੇ। ਹਾਂਜੀ, ਰਹਿਣ ਲਗੇ ਪੁਨ ਦੁਰਗ ਮਝਾਰੇ। ਤੇ ਆਪ ਵੀ ਸਤਿਗੁਰੂ ਉੱਥੇ ਗਵਾਲੀਅਰ ਦੇ ਕਿਲੇ 'ਚ ਰਹਿਣ ਲੱਗ ਪਏ। ਸਭ ਕੈਦਨ ਕੋ ਦੇਤ ਆਹਾਰੇ। ਜਿੰਨੀ ਮਾਇਆ ਗੁਰੂ ਸਾਹਿਬ ਦੇ ਲੰਗਰ ਲਈ ਖਰਚੇ ਲਈ ਆਉਂਦੀ ਨਾ, ਗੁਰੂ ਸਾਹਿਬ ਸਾਰੀ ਮਾਇਆ ਦਾ ਵਧੀਆ ਲੰਗਰ ਤਿਆਰ ਕਰਾਉਂਦੇ।
ਖੀਰ ਕੜਾਹ ਵਧੀਆ ਦਾਲ ਸਬਜ਼ੀ ਰੋਜ਼ ਚੰਗੇ ਤੋਂ ਚੰਗੀ। ਉਹ ਸਾਰੀ ਮਾਇਆ ਉਹਨਾਂ 52 ਰਾਜਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਸਤਿਗੁਰੂ। ਹਾਂਜੀ, ਪਾਤਸ਼ਾਹੋ ਤੇ ਧਨ ਬਹੁ ਆਵੈ। ਕਿਉਂਕਿ ਬਾਦਸ਼ਾਹ ਬਹੁਤ ਮਾਇਆ ਭੇਜਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਰਚੇ ਲਈ। ਉਹ ਸਾਰੀ ਸਤਿਗੁਰੂ ਜੀ ਰਾਜਿਆਂ ਨੂੰ ਛਕਾ ਦਿੰਦੇ, ਕੈਦੀਆਂ ਨੂੰ, ਗਰੀਬਾਂ ਨੂੰ, ਹੋਰ ਵੀ ਸਨ ਛੋਟੇ ਮੋਟੇ, ਸਭ ਨੂੰ ਛਕਾ ਦਿੰਦੇ। ਹਾਂਜੀ, ਪੁਨ ਹਰਦਾਸ ਰਸਦ ਪਹੁੰਚਾਵੈ। ਤੇ ਹਰਦਾਸ ਗੁਰੂ ਸਾਹਿਬ ਵਾਸਤੇ ਰਸਤਾ ਲੈ ਕੇ ਆਉਂਦਾ, ਵਧੀਆ ਚੌਲ, ਵਧੀਆ ਆਟਾ, ਵਧੀਆ ਦਾਲਾਂ ਸਬਜ਼ੀਆਂ, ਘਿਓ, ਸਾਰਾ ਸਮਾਨ ਹਰਦਾਸ ਲੈ ਕੇ ਆਉਂਦਾ ਲੰਗਰ ਦਾ। ਹਾਂਜੀ, ਬਨਹਿ ਤੇ ਹਾਵਲ ਨਿਤ ਸਮੁਦਾਏ। ਕੜਾ ਪ੍ਰਸ਼ਾਦ ਖੁੱਲਾ ਬਣਦਾ ਰੋਜ਼। ਜਿਤੇ ਦੁਰਗ ਮਹਿ ਸਗਰੇ ਖਾਏ। ਜਿੰਨੇ ਵੀ ਜੇਲ੍ਹ ਦੇ ਵਿੱਚ ਨੇ, ਕਿਲੇ ਦੇ ਵਿੱਚ ਨੇ, ਸਾਰੇ ਹੀ ਖਾਂਦੇ। 52 ਰਾਜਿਆਂ ਤੋਂ ਇਲਾਵਾ ਹੋਰ ਵੀ ਜਿਹੜੇ ਸਿਪਾਹੀ ਨੇ, ਜਿਹੜੇ ਉੱਥੇ ਡਿਊਟੀ ਨੌਕਰੀ ਕਰਦੇ ਨੇ, ਕੋਈ ਬਾਗਾਂ ਦੇ ਮਾਲੀ ਨੇ, ਕੋਈ ਹੋਰ, ਉਹ ਵੱਡੇ ਛੋਟੇ ਕਰਿੰਦੇ, ਸਭ ਨੂੰ ਉੱਥੇ ਮਹਾਰਾਜ ਸਾਹਿਬ ਦੀ ਦੇਗ ਕੜਾਹ ਪ੍ਰਸ਼ਾਦ ਦੀ ਭਰ ਕੇ ਮਿਲਦੀ ਹੈ। ਹਾਂਜੀ, ਛੋਦਿਤ ਰਹਿ ਨ ਪਾਵੈ ਨਹਿ ਕੋਈ। ਲੰਗਰ ਵੀ ਮਿਲਦਾ। ਜੇਲ੍ਹ 'ਚ ਲੰਗਰ ਲਾਤਾ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਸਾਧ ਸੰਗਤ ਜੀ, ਹੁਣ ਤਾਂ ਉੱਥੇ ਬਹੁਤ ਹੀ ਆਲੀਸ਼ਾਨ ਸੁੰਦਰ ਗੁਰਦੁਆਰਾ ਸੰਤ ਬਾਬਾ ਉੱਤਮ ਸਿੰਘ ਜੀ ਖੰਡੂਰ ਸਾਹਿਬ ਵਾਲੇ ਮਹਾਂਪੁਰਸ਼, ਉਹਨਾਂ ਨੇ ਬਣਾ ਦਿੱਤਾ ਸੀ, ਜਿਹਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਰਕੇ ਸੰਗਤਾਂ ਦਰਸ਼ਨ ਕਰਨੀਆਂ। ਗਵਾਲੀਅਰ ਦੇ ਕਿਲੇ ਵਿੱਚ 10-20 ਮੀਲ ਦੂਰੋਂ ਹੀ ਰੇਲ 'ਚ ਜਾ ਰਹੇ ਹੋਵੋ, ਟ੍ਰੇਨ 'ਚ ਜਾ ਰਹੇ ਹੋਵੋ, ਤੁਹਾਨੂੰ ਦਰਸ਼ਨ ਹੋ ਜਾਂਦੇ ਆ। ਉਹ ਸਭ ਤੋਂ ਉੱਚਾ ਗਵਾਲੀਅਰ ਦੇ ਕਿਲੇ 'ਚ ਸਥਾਨ ਮਹਾਰਾਜ 6ਵੇਂ ਪਾਤਸ਼ਾਹ ਦਾਤਾ ਜੀ ਦਾ ਹੈ। ਕਿਸੇ ਜ਼ਮਾਨੇ 'ਚ ਸਾਡੇ ਬਜ਼ੁਰਗ ਦੱਸਦੇ ਨੇ, ਉਹ ਕਹਿੰਦੇ ਵੀ ਉੱਤੇ ਇੱਕ ਥੜਾ ਹੀ ਹੁੰਦਾ ਸੀਗਾ। 1950-52 ਦੇ ਲਾਗੇ ਦੀਆਂ ਗੱਲਾਂ, ਵੀ ਇੱਕ ਥੜਾ ਹੀ ਹੁੰਦਾ ਸੀ। ਅਤੇ ਉਦੋਂ ਕੋਈ ਗੁਰਸਿੱਖ ਜਾਂਦਾ ਸੀ ਅਤੇ ਉਹ 8 ਆਨੇ ਜਾਂ ਰੁਪਈਆ ਨਾ ਟੈਕਸ ਉਹ ਲੈਂਦੇ ਸੀਗੇ, ਉਹਦੀ ਟਿਕਟ ਲੈਂਦੇ ਸੀ ਕਿਲੇ ਦੀ, ਅਤੇ ਤਾਂ ਅੰਦਰ ਵੜਨ ਦੇ ਦਰਸ਼ਨ ਦੇਣ ਕਰ ਜਾਂਦੇ ਸੀਗੇ। ਕਈ ਗਰੀਬ ਨਿਹੰਗ ਸਿੰਘਾਂ ਮਸਤਾਨਿਆਂ ਕੋਲ, ਭਿੰਗਵਾਂ ਕੋਲ ਮਾਇਆ ਹੁੰਦੀ ਨਹੀਂ ਸੀ। ਉਹ ਜਿਨ੍ਹਾਂ ਸਿੰਘਾਂ ਨੇ ਮੈਨੂੰ ਦੱਸੀ, ਉਹ ਕਹਿੰਦੇ ਵੀ ਸਾਡੇ ਕੋਲ ਮਾਇਆ ਕੋਈ ਨਹੀਂ ਸੀ। ਅਸੀਂ ਗਏ ਵੀ ਦਾਤੇ ਦੇ ਦਰਸ਼ਨ ਕਰਨੇ ਆ, ਉਹ ਕਹਿੰਦੇ ਪੈਸੇ ਦਿਓ, ਕਹਿੰਦੇ ਮਾਇਆ ਹੈ ਨਹੀਂ ਸੀ। ਅਸੀਂ ਉੱਥੇ ਹੀ ਧਰਨਾ ਮਾਰ ਕੇ ਬਹਿ ਗਏ, ਰਾਤ ਬੈਠੇ ਰਹੇ। ਸਵੇਰੇ ਉਹਨਾਂ ਦੇ ਮਨ 'ਚ ਤਰਸਾ, ਕਹਿੰਦੇ ਜਾਓ ਬਾਬਾ ਜੀ ਉੱਦਾਂ ਹੀ ਕਰ ਆਓ। ਕਹਿੰਦੇ ਇੱਦਾਂ ਦਾ ਹਾਲ ਸੀਗਾ ਉਸ ਸਥਾਨ 'ਤੇ। ਗੁਰੂ ਕੇ ਸਿੱਖ ਦਰਸ਼ਨਾਂ ਲਈ ਜਾਂਦੇ ਆ। ਬੰਦੀ ਛੋੜ ਦਾਤੇ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ। ਉੱਥੇ ਜਾ ਕੇ ਰੌਣਕਾਂ ਲਾਤੀਆਂ ਸੀ 6ਵੇਂ ਪਾਤਸ਼ਾਹ। ਜੇਲ੍ਹ ਦੇ ਵਿੱਚ ਲੰਗਰ ਲਾ ਦਿੱਤੇ। ਹਾਂਜੀ, ਸਵਾਦਲ ਅਸਨ ਦੇਤ ਬਹੁ ਹੋਈ। ਕਹਿੰਦੇ ਬੜਾ ਸਵਾਦਿਸ਼ਟ ਗੁਰੂ ਸਾਹਿਬ ਲੰਗਰ ਬਣਾ ਕੇ ਸਾਰਿਆਂ ਨੂੰ ਛਕਾਉਂਦੇ ਨੇ। ਜੇ ਤੱਕ ਕੈਦੀ ਬ੍ਰਿੰਦ ਸਿਪਾਹੀ। ਜਿੰਨੇ ਕੈਦੀ ਨੇ, ਜਿੰਨੇ ਸਿਪਾਹੀ ਨੇ ਜੇਲ੍ਹ ਦੇ, ਸਤਿਗੁਰ ਦੇ ਪੰਚਾਮ੍ਰਿਤ ਖਾਹੀ। ਮਹਾਰਾਜ ਦੀ ਕੜਾਹ ਪ੍ਰਸ਼ਾਦ ਦੀ ਦੇਗ ਛਕ ਕੇ ਖੁਸ਼ ਹੁੰਦੇ ਨੇ। ਤੋ ਬਚਹਿ ਪੁਨ ਵਹਿਰ ਦਿਵਾਵੈ। ਜਿਹੜਾ ਲੋਕਾਂ ਤੋਂ, ਕੈਦੀਆਂ ਤੋਂ ਵੀ ਬਚ ਜਾਂਦਾ, ਉਹ ਬਾਹਰ ਭੇਜ ਦਿੰਦੇ ਨੇ ਸ਼ਹਿਰ ਦੇ ਲੋਕਾਂ ਨੂੰ। ਉਹ ਵੀ ਲੈ ਕੇ ਕੜਾਹ ਪ੍ਰਸ਼ਾਦ ਛਕਦੇ ਨੇ। ਗੁਰੂ ਦਾ ਲੰਗਰ ਇੰਨਾ ਅਤੁੱਟ ਵਰਤਦਾ ਹੈ। ਆਨ ਲੋਕ ਗਨ ਲੈ ਕਰ ਖਾਵੈ। ਲੋਕ ਬੂਹੇ ਤੇ ਆ ਜਾਂਦੇ ਨੇ ਵੀ ਅੰਦਰੋਂ ਮਹਾਰਾਜ ਦਾ ਕੜਾਹ ਪ੍ਰਸ਼ਾਦ ਆਣਾ, ਤੇ ਉਹ ਲੈ ਕੇ ਛਕਦੇ ਨੇ। ਹਾਂਜੀ, ਇੱਕ ਦੋਏ ਕਾਲ ਬੀਤ ਕਰ ਗਏ। ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਸਮਾਂ ਬੀਤ ਗਿਆ। ਗੁਰ ਆਹਾਰ ਨਾ ਕਰਤੇ ਭਏ। ਗੁਰੂ ਸਾਹਿਬ ਨੇ ਲੰਗਰ ਨਹੀਂ ਛਕਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪ ਨਹੀਂ ਛਕਿਆ। ਜਿੰਨਾ ਲੰਗਰ ਬਣਦਾ ਰਿਹਾ, ਦੂਜਿਆਂ ਨੂੰ ਹੀ ਛਕਾਉਂਦੇ ਰਹੇ। ਹਾਂਜੀ, ਪੰਜ ਸਿੱਖ ਜੇਠਾ ਰੋ ਪੁਰਾਣਾ। ਮਹਾਰਾਜ ਦੇ ਨਾਲ 5 ਸਿੱਖ ਸੀਗੇ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ। ਸਭਨ ਪਿੱਖ ਕਰ ਜੋਰ ਵਖਾਣਾ। ਉਹਨਾਂ ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੱਥ ਜੋੜ ਕੇ। ਇਹ ਕਾਰਨ ਭਾ ਕੌਣ ਗਸਾਈ। ਸਿੱਖ ਪੁੱਛਦੇ, ਸੱਚੇ ਪਾਤਸ਼ਾਹ ਜੀ, ਇਹ ਕੀ ਕਾਰਨ ਹੈ ਕਿ ਆਪ ਜੀ ਆਪ ਪ੍ਰਸ਼ਾਦਾ ਛਕਦੇ ਨਹੀਂ? ਸਾਰੇ ਕੈਦੀਆਂ ਨੂੰ, ਸਾਰੇ ਸਿਪਾਹੀਆਂ ਨੂੰ, ਸਾਰੀ ਜੇਲ੍ਹ ਨੂੰ ਲੰਗਰ ਛਕਾਈ ਜਾਂਦੇ ਹੋ। ਹਾਂਜੀ, ਆਪ ਨਹੀਂ ਭੋਜਨ ਕੋ ਖਾਹੀ। ਆਪ ਜੀ ਕਿਉਂ ਨਹੀਂ ਛਕਦੇ ਸੱਚੇ ਪਾਤਸ਼ਾਹ ਪ੍ਰਸ਼ਾਦਾ? ਹਾਂਜੀ, ਤਿਕ ਹਮਰੋ ਤੁਮਰੇ ਬਿਨ ਖਾਇਓ। ਮਹਾਰਾਜ ਅਸੀਂ ਵੀ ਖਿਆਲ ਨਹੀਂ ਕਰਦੇ, ਅਸੀਂ ਛਕ ਲੈਂਦੇ ਹਾਂ, ਤੁਸੀਂ ਛਕਦੇ ਨਹੀਂ। ਮਹਾਰਾਜ ਸਾਡਾ ਲਾਹਨਤ ਹੈ, ਛਕਣਾ ਤ੍ਰਿਗ ਹੈ ਵੀ ਆਪ ਜੀ ਭੁੱਖੇ ਬੈਠੇ, ਸਤਿਗੁਰੂ ਪ੍ਰਸ਼ਾਦਾ ਨਹੀਂ ਛਕਦੇ ਤੇ ਅਸੀਂ ਛਕੀ ਜਾਂਦੇ ਹਾਂ। ਹਾਂਜੀ, ਵਰਤਿਓ ਦੇਖਤ ਲੈ ਮੁਖ ਪਾਇਓ। ਅਸੀਂ ਵੇਖਿਆ ਵੀ ਚਲੋ ਵਰਤ ਰਿਹਾ, ਅਸੀਂ ਲੈ ਕੇ ਛਕ ਲਿਆ,
ਪਰ ਖਿਆਲ ਬਾਅਦ ਵਿੱਚ ਆਇਆ ਵੀ ਆਪ ਜੀ ਨੇ ਤਾਂ ਛਕਿਆ ਨਹੀਂ, 2 ਡੰਗ ਲੰਘ ਗਏ ਨੇ। ਹਾਂਜੀ। ਸ੍ਰੀ ਮੁਖ ਤੇ ਫੁਰਮਾਵਨ ਕੀਨ, ਛੇਵੇਂ ਪਾਤਸ਼ਾਹ ਸਿੱਖਾਂ ਦੀ ਬੇਨਤੀ ਸੁਣ ਕੇ ਫੁਰਮਾਉਂਦੇ ਹਨ, ਇਹ ਭੋਜਨ ਹਮ ਖਾਹੇ ਕਬੀ ਨਾ। ਮਹਾਰਾਜ ਕਹਿੰਦੇ ਸਿੱਖੋ ਇਹ ਪ੍ਰਸ਼ਾਦਾ ਅਸੀਂ ਕਦੀ ਵੀ ਨਹੀਂ ਛਕਣਾ। ਹਾਂਜੀ। ਵਹਿਰ ਜਾਏ ਮਿਹਨਤ ਕਰ ਲਿਆਵੋ, ਅਸੀਂ ਇਹ ਬਾਦਸ਼ਾਹ ਦੀ ਪਾਪਾਂ ਦੀ ਕਮਾਈ ਨਹੀਂ ਖਾਣੀ, ਇਹ ਅਸੀਂ ਬਾਦਸ਼ਾਹ ਦਾ ਅੰਨ ਨਹੀਂ ਖਾਣਾ। ਜੇ ਤੁਸੀਂ ਸਾਨੂੰ ਲੰਗਰ ਛਕਾਣਾ, ਤੁਸੀਂ ਬਾਹਰ ਜਾ ਕੇ ਗਵਾਲੀਅਰ ਸ਼ਹਿਰ 'ਚ ਮਜ਼ਦੂਰੀ ਕਰੋ, ਉਹਦੇ ਨਾਲ ਜਿਹੜੀ ਮਾਇਆ ਆਵੇਗੀ ਉਹਦਾ ਆਟਾ ਦਾਲ ਸਬਜ਼ੀ ਲਿਆਓਗੇ, ਉਹ ਛਕਾਂਗੇ। ਹਾਂਜੀ। ਰਸਤ ਖਰੀਦੋ ਵਿਪਨੀ ਜਾਵੋ, ਬਾਹਰੋਂ ਮੰਡੀ 'ਚੋਂ ਰਸਤ ਖਰੀਦ ਕੇ ਆਪਣੀ ਮਿਹਨਤ ਦੇ ਪੈਸਿਆਂ ਦੀ ਉਹ ਸਾਨੂੰ ਛਕਾਓ ਲੰਗਰ। ਹਾਂਜੀ। ਤਿਸ ਤੇ ਤਿਆਰ ਆਹਾਰ ਕਰੀਜਹਿ, ਉਹਦੇ ਨਾਲ ਭੋਜਨ ਛਕਾਂਗੇ ਤਿਆਰ ਕਰਕੇ ਤੁਹਾਡੇ ਹੱਥੋਂ। ਜਿਹੜੀ ਬਾਦਸ਼ਾਹ ਵੱਲੋਂ ਰਸਤ ਆਉਂਦੀ ਉਹ ਨਹੀਂ ਖਾਵਾਂਗੇ। ਹਿਤ ਭੋਜਨ ਕੇ ਸੋ ਹਮ ਦੀਜਹਿ, ਉਹ ਸਾਨੂੰ ਦਿਓ ਭੋਜਨ ਵਾਸਤੇ ਪ੍ਰਸ਼ਾਦਾ ਰੁੱਖਾ ਮਿੱਸਾ ਜਿਹੋ ਜਿਹਾ ਬਣਾਓਗੇ ਛਕ ਲਾਂਗੇ। ਨਾਹਿ ਤਾਂ ਰਹਿ ਹੈ ਪੌਣ ਆਹਾਰੀ, ਨਹੀਂ ਤਾਂ ਪੌਣ ਹਾਰੀ ਹਵਾ ਦੇ ਆਸਰੇ ਅਸੀਂ ਰਹਿ ਲਵਾਂਗੇ। ਸਾਨੂੰ ਕੋਈ ਇਹੋ ਜਿਹੀ ਗੱਲ ਨਹੀਂ ਵੀ ਪ੍ਰਸ਼ਾਦੇ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਕਿਉਂਕਿ ਪਰਮੇਸ਼ਰ ਦੀ ਅਵਸਥਾ ਸਾਧ ਸੰਗਤ ਜੀ ਸੰਸਾਰੀ ਜੀਵਾਂ ਨਾਲੋਂ ਵੱਖਰੀ ਹੈ। ਅਸੀਂ ਆਪਣੇ ਤਰ੍ਹਾਂ ਸੋਚਦੇ ਹਾਂ ਗੁਰੂ ਸਾਹਿਬ ਸਾਡੇ ਵਰਗੇ ਸੀਗੇ, ਅਸੀਂ ਤਾਂ ਉਹਨਾਂ ਦੇ ਕੁੱਤਿਆਂ ਵਰਗੇ ਵੀ ਨਹੀਂ ਬਣ ਸਕਦੇ। ਮਹਾਰਾਜ ਪਰਮੇਸ਼ਰ ਦਾ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਕਹਿੰਦੇ ਸਾਨੂੰ ਲੋੜ ਨਹੀਂ ਪ੍ਰਸ਼ਾਦੇ ਦੀ, ਪਰ ਚਲੋ ਜੇ ਤੁਸੀਂ ਛਕਾਣਾ ਤਾਂ ਆਪ ਮਿਹਨਤ ਕਰਕੇ ਲਿਆਓ, ਛਕ ਲਾਂਗੇ। ਹਾਂਜੀ। ਜਬ ਲਗ ਬਾਸ ਹੈ ਦੁਰਗ ਮਝਾਰੀ, ਜਿੰਨਾ ਚਿਰ ਗਵਾਲੀਅਰ ਦੇ ਕਿਲੇ 'ਚ ਰਵਾਂਗੇ ਬਾਦਸ਼ਾਹ ਦਾ ਅੰਨ ਨਹੀਂ ਖਾਵਾਂਗੇ। ਸੁਨ ਸਤਿਗੁਰ ਤੇ ਬਹੁਰ ਸੁਨਾਈ, ਗੁਰੂ ਸਾਹਿਬ ਦੇ ਬਚਨ ਸੁਣ ਕੇ ਸਿੱਖਾਂ ਨੇ ਕਿਹਾ, ਹਮ ਨਿਜ ਹਾਥ ਨ ਲਿਆਏ ਕਮਾਈ। ਮਹਾਰਾਜ ਅਸੀਂ ਜ਼ਰੂਰ ਜਾ ਕੇ ਕਿਲੇ ਤੋਂ ਬਾਹਰ ਮਿਹਨਤ ਕਰਕੇ ਪੈਸੇ ਕਮਾ ਕੇ ਰਾਸ਼ਨ ਲੈ ਆਵਾਂਗੇ। ਕੀਜ ਹੈ ਭੋਜਨ ਆਪ ਹਮੇਸ਼ੂ, ਆਪ ਸਾਡੇ ਹੱਥੋਂ ਭੋਜਨ ਛਕਿਆ ਕਰੋ ਜੀ। ਹਮਕੋ ਅਹ ਸੁਖੇਨ ਵਿਸ਼ੇਸ਼ੂ, ਸਾਡੇ ਸਾਡੇ ਵਾਸਤੇ ਬਹੁਤ ਸੌਖੀ ਗੱਲ ਹੈ ਵੀ ਅਸੀਂ ਜਾ ਕੇ ਮਿਹਨਤ ਕਰਕੇ ਜੋ ਪੈਸੇ ਆਉਣਗੇ ਉਹਦੇ ਨਾਲ ਆਪ ਜੀ ਵਾਸਤੇ ਲੰਗਰ ਬਣਾਵਾਂਗੇ। ਲੈ ਆਗਿਆ ਗਮਨੇ ਤਿਸ ਬੇਰੇ, ਤੋ ਇਹ ਗੁਰੂ ਕੇ ਸਿੱਖ ਭਾਈ ਜੇਠਾ ਪੁਰਾਣਾ ਮਹਾਰਾਜ ਦੀ ਆਗਿਆ ਲੈ ਕੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਚਲੇ ਗਏ। ਵਹਿਰ ਦੁਰਗ ਕੇ ਨਿਕਟ ਠਠੇਰੇ, ਸਾਧ ਸੰਗਤ ਜੀ ਬਾਹਰ ਗੁਰੂ ਸਾਹਿਬ ਨੇ ਆਪ ਹੀ ਸਾਰਾ ਕੁਝ ਬਣਾਇਆ ਹੁੰਦਾ। ਦੁਨੀਆ ਜੋ ਵੀ ਹੋ ਰਿਹਾ ਉਹਦੇ ਹੁਕਮ ਵਿੱਚ ਹੀ ਹੈ। ਸ਼ਹਿਰ ਤੋਂ ਬਾਹਰ ਠਠੇਰਿਆਂ ਦੀ ਫੈਕਟਰੀ ਸੀਗੀ। ਠਠੇਰੇ ਕਿਹੜੇ ਹੁੰਦੇ ਨੇ? ਜਿਹੜੇ ਪਤੀਲੇ ਕੜਾਹੇ ਤੇ ਬਾਲਟੀਆਂ ਪਿੱਤਲ ਦੀਆਂ ਤਾਂਬੇ ਦੀਆਂ ਦੇਗਾਂ ਬਣਾਉਂਦੇ ਉਹਨਾਂ ਨੂੰ ਠਠੇਰੇ ਕਹਿੰਦੇ। ਭਾਂਡੇ ਬਣਾਉਣ ਵਾਲੇ ਮਿਸਤਰੀ, ਭਾਂਡਿਆਂ ਵਾਲਿਆਂ ਦੀ ਫੈਕਟਰੀ ਸੀਗੀ। ਹਾਂਜੀ। 300 ਨਿਜ ਮਿਹਨਤ ਠਹਿਰਾਈ, ਉਹਨਾਂ ਨੂੰ ਜਾ ਕੇ ਠਠੇਰਿਆਂ ਨੂੰ ਭਾਈ ਜੇਠਾ ਪੁਰਾਣਾ ਕਹਿੰਦੇ ਅਸੀਂ ਤੁਹਾਡੇ ਕੋਲ ਮਜ਼ਦੂਰੀ ਕਰਨੀ ਹੈ, ਦਿਹਾੜੀ ਸਾਰਾ ਦਿਨ ਕੰਮ ਕਰਾਂਗੇ, ਤੁਸੀਂ ਸਾਨੂੰ ਕਿੰਨੇ ਪੈਸੇ ਦਿਓਗੇ? ਉਹਨਾਂ ਕਿਹਾ ਇੰਨੇ ਪੈਸੇ ਤੁਹਾਡੇ ਅਸੀਂ ਦੇ ਦਿਆ ਕਰਾਂਗੇ। ਇਹਨਾਂ ਨੇ ਆਪਣੀ ਉੱਥੇ ਨੌਕਰੀ ਪੱਕੀ ਕਰ ਲਈ। ਕਰਹਿ ਅਪਰ ਤੇ ਦੁਗਨ ਕਮਾਈ, ਹੋਰਾਂ ਨਾਲੋਂ ਦੋਹਰੀ ਮਿਹਨਤ ਕਰਦੇ। ਸਾਰਾ ਦਿਨ ਹੱਡ ਤੋੜ ਕੇ ਸਿੱਖ ਮਿਹਨਤ ਕਰਦੇ ਗੁਰੂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ। ਹਾਂਜੀ। ਸਰਬ ਜਾਮਨੀ ਕ੍ਰਿਤੀ ਕਰਾ ਹੈ, ਸਾਰਾ ਦਿਨ ਸਾਰੀ ਰਾਤ ਕੰਮ ਕਰਨਾ ਪਵੇ ਕਰੀ ਜਾਂਦੇ। ਹਾਂਜੀ। ਏਕ ਰਜਤ ਪਣ ਦੋਨੋਂ ਲੈ ਹੈ, ਦੋਵਾਂ ਨੂੰ ਉਹਦੇ ਬਦਲੇ 'ਚ 1 ਰੁਪਈਆ ਮਿਲਦਾ। 1 ਰੁਪਈਆ ਦਿਹਾੜੀ ਉਸ ਜ਼ਮਾਨੇ ਵਿੱਚ ਬੜੀ ਹੁੰਦੀ ਸੀ। 1 ਰੁਪਈਆ ਦਿਹਾੜੀ ਦੋਵਾਂ ਨੂੰ ਮਿਲਦੀ ਹੈ। ਹਾਂਜੀ। ਕਹਿਓ ਠਠੇਰਨ ਜੇ ਬਹੁ ਘਾਲ, ਠਠੇਰਿਆਂ ਨੇ ਆਖਿਆ ਜੇ ਹੋਰ ਕੰਮ ਕਰੋਗੇ ਹੋਰ ਪੈਸੇ ਵੀ ਮਿਲ ਜਾਣਗੇ। ਹਾਂਜੀ। ਦੇਹ ਮਜੂਰੀ ਤੁਮ ਹੈ ਵਿਸਾਲ, ਤੁਸੀਂ ਕੰਮ ਵਧੀਆ ਕਰਦੇ ਹੋ, ਮਿਹਨਤ ਕਰਦੇ ਹੋ। ਸਾਧ ਸੰਗਤ ਜੀ ਗੁਰੂ ਨੇ ਸਿੱਖਾਂ ਨੂੰ ਬੜੇ ਗੁਣ ਦਿੱਤੇ ਨੇ। ਆਹ ਮਿਹਨਤ ਵਾਲਾ ਵੀ, ਜਿੱਥੇ ਅਮਰੀਕਾ ਕੈਨੇਡਾ 'ਚ ਆਪਾਂ ਬੈਠੇ ਹਾਂ, ਮਿਹਨਤ ਵਜੋਂ ਸਾਡਾ ਨੰਬਰ ਪਹਿਲੇ ਹੈ ਸਿੱਖਾਂ ਦਾ, ਪੰਜਾਬੀਆਂ ਦਾ। ਸਾਰੇ ਦੂਜੇ ਬਣਦੇ ਆ ਵੀ ਇਹ ਪੰਜਾਬੀ ਮਿਹਨਤੀ ਬੜੇ ਆ। ਇਹ ਗੁਰੂ ਸਾਹਿਬ ਦੀ ਬਖਸ਼ਿਸ਼। ਗੁਰੂ ਹਰਗੋਬਿੰਦ ਸਾਹਿਬ ਦੇ ਦੋਵੇਂ ਸਿੱਖ ਮਿਹਨਤ ਕਰਦੇ ਅਤੇ ਉਹ ਜਿਹੜੇ ਸੀ ਫੈਕਟਰੀ ਵਾਲੇ, ਉਹ ਕਹਿੰਦੇ ਤੁਸੀਂ ਮਿਹਨਤ ਜ਼ਿਆਦਾ ਕਰਦੇ ਹੋ, ਅਸੀਂ ਤੁਹਾਨੂੰ ਹੋਰ ਪੈਸੇ ਦਿਆਂ, ਕੰਮ ਹੋਰ ਕਰਿਆ ਕਰੋ। ਹਾਂਜੀ। ਸੰਧਿਆ ਤੇ ਗਹਿਲੀਨ ਵਿਦਾਨ, ਰਾਤ ਨੂੰ ਆ ਜਾਂਦੇ ਸੀ ਬਾਹਰ, ਸਾਰੀ ਰਾਤ ਨਾ ਥੋੜਾ ਵੱਡਾ ਫੜ ਲੈਂਦੇ। ਵਿਦਾਨ ਕਹਿੰਦੇ ਉਹ 5 ਫੁੱਟ 10 ਜਾਂ 5 ਕਿਲੋ ਦਾ ਭਾਰਾ ਥੋੜਾ, ਉਹਨਾਂ ਨੂੰ ਵਿਦਾਨ ਕਹਿੰਦੇ। ਉਹਦੇ ਨਾਲ ਫਿਰ ਤਾਂਬਾ ਜਾਂ ਪਿੱਤਲ ਜਾਂ ਲੋਹਾ ਕੁੱਟਣਾ ਹੁੰਦਾ ਸੀ।
ਉਹ ਕੁੱਟਦੇ ਸੀਗੇ ਜ਼ੋਰ ਜ਼ੋਰ ਨਾਲ। ਹਾਂਜੀ, ਕਰਨ ਲਗੇ ਕਰ ਤਾਨ ਮਹਾਨ। ਜ਼ੋਰ ਨਾਲ ਥੋੜਾ ਮਾਰ ਮਾਰ ਕੇ ਭਾਂਡੇ ਕੱਢਣੇ, ਦੇਗੇ ਬਣਾਉਣੇ, ਕੜਾਹੀਆਂ ਤਿਆਰ ਕਰਨੀਆਂ, ਬਾਲਟੀਆਂ ਬਣਾਉਣੀਆਂ, ਪਤੀਲੇ ਬਣਾਉਣੇ, ਵੱਡੇ ਵੱਡੇ ਬਲਟੋਏ ਬਣਾਉਣੇ। ਇਹ ਉੱਥੇ ਕਾਰਖਾਨੇ 'ਚ ਫੈਕਟਰੀ 'ਚ ਕੰਮ ਹੁੰਦਾ ਸੀ ਭਾਂਡਿਆਂ ਦਾ। ਹਾਂਜੀ, ਜਥਾ ਠਠੇਰਾ ਵਿਧੀ ਬਤਾਵੈ। ਉਹ ਜਿਹੜਾ ਠਠੇਰਾ ਦੱਸੀ ਜਾਂਦਾ ਵੀ ਇਦਾਂ ਕਰਨਾ, ਕਿਉਂਕਿ ਇਹਨਾਂ ਨੇ ਤਾਂ ਕਦੀ ਕੰਮ ਕੀਤਾ ਨਹੀਂ ਸੀ, ਇਹ ਤਾਂ ਵਿਚਾਰੇ ਪਹਿਲੀ ਵਾਰ ਉਸ ਫੈਕਟਰੀ 'ਚ ਲੱਗੇ। ਜਿਵੇਂ ਉਹ ਦੱਸਦਾ ਉਵੇਂ ਬਣਾਈ ਜਾਂਦੇ ਆ। ਹਾਂਜੀ, ਪਕਰ ਹਥੌਰੇ ਤਥਾ ਲਗਾਵੈ। ਉਵੇਂ ਹਥੌੜੇ ਦੇ ਨਾਲ ਕੁੱਟਦੇ ਆ, ਤਾਂਬਾ ਕੁੱਟਦੇ ਆ, ਪਿੱਤਲ ਕੁੱਟਦੇ ਆ, ਹੋਰ ਭਰਤ ਕਹਿ ਦੇ ਭਾਂਡੇ ਵੱਖਰੇ ਵੱਖਰੇ ਬਣਾਉਂਦੇ ਆ। ਹਾਂਜੀ, ਹੋਤ ਭੋਰ ਲਗ ਬਾਸਨ ਬ੍ਰਿੰਦ। ਸਵੇਰ ਤੱਕ ਕਈ ਭਾਂਡੇ ਬਣਾ ਦਿੰਦੇ ਆ, ਸਾਰੀ ਰਾਤ ਲੱਗੇ ਰਹਿੰਦੇ। ਹਾਂਜੀ, ਘਰੇ ਅਗਾਰੀ ਤੇ ਸੋ ਬਿਲੰਦ। ਸਾਰੀ ਰਾਤ ਮਿਹਨਤ ਕਰਕੇ ਅੱਗੇ ਨਾਲੋਂ ਦੁੱਗਣਾ ਕੰਮ ਕਰ ਦਿੰਦੇ। ਫੈਕਟਰੀ ਦੇ ਵਿੱਚ ਸਾਰੇ ਬੰਦੇ ਇੰਨਾ ਕੰਮ ਨਹੀਂ ਸੀ ਕਰਦੇ ਜਿੰਨੇ ਦੋਵੇਂ ਹੀ ਕਰ ਦਿੰਦੇ ਸੀ। ਹਾਂਜੀ, ਹੋਏ ਪ੍ਰਸੰਨ ਰਜਤ ਪਣ ਦੀਨ। ਉਹ ਖੁਸ਼ ਹੋ ਕੇ ਰੁਪਈਆ ਜਿਹੜਾ ਉਹਨਾਂ ਨੂੰ ਦਿੰਦਾ ਹੈ, ਜਿਹੜਾ ਫੈਕਟਰੀ ਦਾ ਮਾਲਕ ਹੈ ਜਾਂ ਉਹਨਾਂ ਦਾ ਵੱਡਾ ਕਾਰੀਗਰ ਹੈ। ਹਾਂਜੀ, ਦੋਨੋਂ ਰਸਤ ਖਰੀਦਨ ਕੀਨ। 1 ਰੁਪਈਏ ਦਾ ਇਹਨਾਂ ਨੇ ਰਾਸ਼ਨ ਖਰੀਦਿਆ, ਆਟਾ ਖਰੀਦਿਆ, ਦਾਲ ਖਰੀਦੀ, ਮਹਾਰਾਜ ਵਾਸਤੇ ਘਿਓ, ਲੂਣ, ਤੇਲ, ਹਲਦੀ, ਮਸਾਲਾ ਲੰਗਰ ਦਾ ਸਾਰਾ ਲਿਆ। ਹਾਂਜੀ, ਚੂਨ ਸੋ ਚਾਵਰ ਸੂਖਮ ਲੀਨੇ। ਬੜੇ ਸੋਹਣੇ ਬਾਸਮਤੀ ਦੇ ਬਰੀਕ ਬਰੀਕ ਚਾਵਲ ਲਏ, ਆਟਾ ਬੜਾ ਸੋਹਣਾ ਲਿਆ। ਹਾਂਜੀ, ਘ੍ਰਿਤ ਮਿਸ਼ਟਾਨ ਲਿਓ ਸ਼ੁਭ ਚੀਨੇ। ਘਿਓ ਵੀ ਲਿਆ, ਮਿੱਠਾ ਗੁੜ ਸ਼ੱਕਰ ਵੀ ਲਈ। ਹਾਂਜੀ, ਪੈ ਖਰੀਦ ਗੁਰ ਕੇਟਗ ਲਿਆਏ। ਦੁੱਧ ਵੀ ਲੈ ਕੇ ਆਏ ਤੇ ਦਹੀਂ ਵੀ, ਸਾਰਾ ਸਮਾਨ ਮਹਾਰਾਜ ਦੇ ਲੰਗਰ ਵਾਸਤੇ ਦਿਨ ਚੜ੍ਹਦੇ ਤੋਂ ਤਿਆਰੀ ਕਰ ਲਈ ਆ ਕੇ। ਹਾਂਜੀ, ਪਾਕ ਸਿੱਧ ਸਭ ਕੀਨ ਬਣਾਏ। ਆਪ ਚੁੱਲ੍ਹਾ ਬਾਲ ਕੇ, ਲੱਕੜਾਂ ਬਾਲ ਕੇ, ਕਿਸੇ ਨੇ ਆਟਾ ਗੁੰਨਿਆ, 5 ਸਿੱਖ ਸੀਗੇ, ਕਿਸੇ ਨੇ ਭਾਂਡੇ ਮਾਂਜੇ, ਕਿਸੇ ਨੇ ਸਫਾਈ ਕੀਤੀ, ਸਾਰਾ ਕਰਕੇ ਫਟਾਫਟ ਦਾਲ ਸਬਜ਼ੀ ਸਤਿਗੁਰਾਂ ਵਾਸਤੇ ਲੰਗਰ ਤੀਜੇ ਦਿਨ ਤਿਆਰ ਕਰ ਦਿੱਤਾ। ਹਾਂਜੀ, ਸਭੀ ਤਿਆਰ ਕਰ ਥਾਰ ਪਰੋਸਾ। ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਵਧੀਆ ਥਾਲ ਪਰੋਸ ਕੇ ਸਤਿਗੁਰ ਕੋ ਅਚਾਏ ਕਰ ਪੋਸਾ। ਅੱਗੇ ਮਹਾਰਾਜ ਦੇ ਰੱਖਿਆ, ਬੜੇ ਪ੍ਰੇਮ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਲੱਗੇ। ਸਭਨ ਪਾਏ ਆਨੰਦ ਵਿਸ਼ੇਸ਼ੂ। ਸਾਰਿਆਂ ਨੇ ਬੜੇ ਆਨੰਦ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ। ਕਰਤ ਭਏ ਤਿਮਕਾਰ ਹਮੇਸ਼ੂ। ਇੱਕ ਸਿੱਖ ਪੱਖਾ ਝੱਲਦਾ, ਇੱਕ ਮਹਾਰਾਜ ਨੂੰ ਜਲ ਛਕਾਉਂਦਾ, ਇੱਕ ਥਾਲ ਪ੍ਰਸ਼ਾਦੇ ਪੁੱਛਦਾ। 5 ਹੀ ਸਿੱਖ ਲੱਗੇ ਖੜੇ ਹੱਥ ਜੋੜ ਕੇ। ਸੱਚੇ ਪਾਤਸ਼ਾਹ ਬੜੇ ਆਨੰਦ ਨਾਲ ਪ੍ਰਸ਼ਾਦਾ ਛਕ ਰਹੇ ਨੇ ਗਵਾਲੀਅਰ ਦੇ ਕਿਲੇ ਵਿੱਚ। ਦੋਹਰਾ ਔਰ ਹਰਖਤ ਚੰਦੂ ਭਇਓ। ਇਧਰ ਚੰਦੂ ਨੂੰ ਬੜੀ ਖੁਸ਼ੀ ਹੈ ਵੀ ਮੇਰੇ ਦੁਸ਼ਮਣ ਗੁਰੂ ਹਰਗੋਬਿੰਦ ਜੀ ਹੁਣ ਗਵਾਲੀਅਰ ਦੇ ਕਿਲੇ 'ਚ ਚਲੇ ਗਏ ਨੇ, ਹੁਣ ਮੈਂ ਬਾਹਰ ਨਹੀਂ ਆਉਣ ਦੇਣੇ। ਉਹ ਸਾਧ ਸੰਗਤ ਦੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।